इन्हां नूं वोट बैंक तो बिना होर कुछ भी नहीं दिखता, भावें वो किसान होण, भावें वो मजदूर होण, भावें वो आम लोग होण, भावें महंगाई की गल होवे, रोजगार की गल होवे, किसी मर्जी की गल होवे, इन्हां नूं सिर्फ ते सिर्फ वोट बैंक तो मतलब। राजनीति छड्ड के किसानां नूं पुछो भी तुसीं उन्हां तों की काम लेना चाहुंदे हो। पंजाब दी धरती ते धवच्चड़ पाउणा छड्ड के दिल्ली दे विच जाके बैठो। फिर नरेंद्र मोदी नूं मजबूर होना पਊਗਾ कि एक चौथा आर्ਡੀਨੈਂਸ लिया के ਜਿਹੜੀਆਂ ਗੱਲਾਂ किसान ਕਹਿੰਦੇ ਨੇ ਉਹਨਾਂ ਨੂੰ ਉਹਦੇ 'ਚ ਪਾ ਕੇ ਬਿੱਲ ਬਣਾ ਕੇ ਪਾਸ ਕਰਵਾ ਦਿੱਤਾ ਜਾਵੇ। ਕਿਸਾਨਾਂ ਦੇ ਬਹੁਤ ਸਾਰੇ ਆਗੂ ਡਬਲ ਐਮਏ ਪੜ੍ਹੇ ਲਿਖੇ ਨੇ, ਅਰਥ ਸ਼ਾਸਤਰੀ ਪੰਜਾਬ ਦੇ ਇਸ ਦੀ ਵਿਰੋਧਤਾ ਕਰ ਰਹੇ ਨੇ, ਬਹੁਤ ਸਾਰੇ ਪ੍ਰੋਫੈਸਰ ਵਿਰੋਧਤਾ ਕਰ ਰਹੇ ਨੇ, ਬੁੱਧੀਜੀਵੀ ਵਿਰੋਧਤਾ ਕਰ ਰਹੇ ਨੇ, ਹੋਰ ਆਗੂ ਵਿਰੋਧਤਾ ਕਰ ਰਹੇ ਨੇ। ਤਾਂ ਤੁਹਾਡੇ ਸੈਕਟਰੀ ਕੋਲੇ ਕਿਹੜੀ PhD ਹੈ ਜਿਹੜੀ ਚੰਦ ਤੋਂ ਕਰਕੇ ਆਇਆ ਉਹ ਤੇ ਵੱਖਰੀ ਹੈ ਇੱਕ ਕਿਸਮ ਦੀ, ਜਿਹੜੀ ਉਹ ਲੋਕਾਂ ਨੂੰ ਕਹਿੰਦਾ ਹੈ ਕਿ ਆਓ ਮੇਰੇ ਕੋਲੇ ਬੈਠੋ ਮੈਂ ਤੁਹਾਨੂੰ ਸਮਝਾਵਾਂ। ਪੰਜਾਬ ਕਾਂਗਰਸ ਜਿਸ ਤਰੀਕੇ ਨਾਲ ਚੱਲ ਰਹੀ ਹੈ ਔਰ ਇੱਕ ਕਰੋਨਾ ਮਹਾਮਾਰੀ ਪੈ ਗਈ, ਆਰਥਿਕ ਪੱਖੋਂ ਪੰਜਾਬ ਦੇ ਖਜ਼ਾਨੇ ਦੇ ਵਿੱਚ ਕਬੂਤਰ ਬੋਲਦੇ ਨੇ। ਕਾਂਗਰਸ ਹਾਈ ਕਮਾਨ ਇਹ ਦੇਖ ਰਹੀ ਹੈ ਜਿਹੜੀਆਂ ਅੰਦਰਲੀਆਂ ਕਨਸੋਹਾਂ ਮਿਲ ਰਹੀਆਂ ਨੇ ਕਿ ਮੌਜੂਦਾ ਢਾਂਚੇ ਦੇ ਵਿੱਚ ਕਾਂਗਰਸ 2022 ਦੇ ਵਿੱਚ ਪੰਜਾਬ 'ਚ ਨਹੀਂ ਜਿੱਤ ਸਕਦੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਕਿਸਾਨ ਵਿਰੋਧੀ ਜਿਹੜੇ ਵੀ ਤੁਸੀਂ ਕੰਮ ਕੀਤੇ ਨੇ, ਪੰਜਾਬੀਆਂ ਨੂੰ ਜਿੱਥੇ ਵੀ ਤੰਗ ਪਰੇਸ਼ਾਨ ਕੀਤਾ ਹੈ, ਤਾਂ ਤੁਹਾਨੂੰ ਕਿਸਾਨਾਂ ਦੇ ਵਿੱਚ ਆ ਕੇ ਉਹਨਾਂ ਤੋਂ ਮੁਆਫੀ ਮੰਗਣੀ ਚਾਹੀਦੀ। ਇਹਨਾਂ ਨੂੰ ਰਾਸ਼ਟਰੀ ਲੋਕਾਂ ਨੂੰ ਆਪਣੀਆਂ ਐਨਕਾਂ ਦੇ ਨੰਬਰ ਠੀਕ ਕਰਾ ਲੈਣੇ ਚਾਹੀਦੇ ਹੈ ਕਿ ਪਹਿਲਾਂ ਸੱਚ ਬੋਲਦੇ ਸੀ ਜਾਂ ਹੁਣ ਸੱਚ ਬੋਲਦੇ ਨੇ। ਇਹਦਾ ਮਤਲਬ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੈ, ਭਾਵੇਂ ਸੁਖਬੀਰ ਸਿੰਘ ਬਾਦਲ ਹੈ ਜਾਂ ਬੀਬੀ ਹਰਸਿਮਰਤ ਕੌਰ ਹੈ, ਇਹ ਜਾਂ ਤਾਂ 5 ਜੂਨ ਤੋਂ 12 ਸਤੰਬਰ ਤੱਕ ਝੂਠ ਬੋਲਦੇ ਸੀ ਜਾਂ ਹੁਣ ਝੂਠ ਬੋਲਦੇ ਸੀ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਤੁਸੀਂ ਇੱਕ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦੋ। ਉਸ ਸਪੈਸ਼ਲ ਸੈਸ਼ਨ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿਓ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਿਲ ਕੇ ਚੱਲਦੇ ਨੇ। ਉਹ ਕਦਮ ਕਰਦੇ ਨੇ ਜਿਨ੍ਹਾਂ ਦੇ ਨਾਲ ਇੱਕ ਦੂਜੇ ਨੂੰ ਫਾਇਦਾ ਹੋਵੇ। ਵਿਧਾਨ ਸਭਾ ਹਲਕਿਆਂ 'ਚੋਂ 117 ਬੰਦਿਆਂ ਨੇ ਜਾਣਾ ਜਾਂ ਵੱਧ ਤੋਂ ਵੱਧ 200 ਬੰਦੇ ਹੋ ਜਾਣਗੇ ਸਾਰੇ ਮੀਡੀਆ ਰਲਾ ਕੇ, ਤਾਂ 200 ਬੰਦਿਆਂ 'ਚ ਤਾਂ ਕਰੋਨਾ ਤੁਹਾਨੂੰ ਨਜ਼ਰ ਆ ਰਿਹਾ ਹੈ। ਤੇ ਜਿਹੜੀਆਂ ਇਹ ਰੈਲੀਆਂ ਸਿਆਸਤ ਵਾਲੀਆਂ ਤੁਸੀਂ ਕੀਤੀਆਂ, ਜਿਹੜਾ ਤੁਸੀਂ ਵਤਨੀ ਕਲਾਂ ਤੋਂ ਸ਼ੁਰੂ ਕਰਕੇ ਰੈਲੀਆਂ ਦੇ ਵਿੱਚ 2-2 ਰੈਲੀਆਂ ਰੋਜ਼ ਕੀਤੀਆਂ ਨੇ, ਇਹਨਾਂ ਦੇ ਵਿੱਚ ਧਵੱਚੜ ਪਾਇਆ, 10-10 ਹਜ਼ਾਰ ਬੰਦਾ ਇਕੱਠਾ ਕੀਤਾ, ਉਸ ਵੇਲੇ ਕਰੋਨਾ ਨਜ਼ਰ ਨਹੀਂ ਆਉਂਦਾ ਸੀ। ਜਿਹੜਾ ਪ੍ਰਧਾਨ ਇਹ ਕਹਿ ਸਕਦਾ, ਇੱਕ ਪਾਸੇ ਜਥੇਦਾਰ ਸਾਹਿਬ ਨੇ ਕਿਹਾ ਹੋਵੇ ਕਿ ਆਹ ਦੋਸ਼ੀ ਐਲਾਨੇ ਗਏ ਨੇ, ਇਹਨਾਂ ਦੀ ਜਾਂਚ ਕਰਾਈ ਜਾਵੇ। 5 ਸਤੰਬਰ ਨੂੰ ਉਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਕਹਿ ਦੇਵੇ ਕਿ ਕੋਈ ਸਰੂਪ ਮੇਰੇ ਵਿਸ਼ਵਾਸ ਕਰੋ ਜੀ, ਕੋਈ ਸਰੂਪ ਉੱਥੇ ਗੁੰਮ ਹੀ ਨਹੀਂ ਹੋਇਆ, ਫਿਰ ਇਹਦੀ ਜਾਂਚ ਕਾਹਦੀ? ਤੇ ਫਿਰ ਜਾਂਚ ਦਿੱਤੀ ਕਾਹਦੇ ਵਾਸਤੇ ਸੀ ਜੇ ਸਰੂਪ ਗੁੰਮ ਹੀ ਨਹੀਂ ਹੋਇਆ ਸੀ? ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਵਾਰਸਤਵਾਰ। ਇਹ ਉਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫਤੇ ਦੇ ਵਿੱਚ ਇੱਕ ਦਿਨ ਲੈ ਕੇ ਆਉਂਦੇ ਹਾਂ ਅਸੀਂ ਪੂਰੇ ਹਫਤੇ ਭਰ ਦੀਆਂ ਖਬਰਾਂ, ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ। ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਸਪਾਲ ਸਿੰਘ ਢਿੱਲੋਂ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਨਵਦੀਪ ਜੀ। ਤੇ ਸਾਰੇ ਦਰਸ਼ਕਾਂ ਨੂੰ ਮੈਂ ਦੱਸ ਦਵਾਂ ਕਿ ਢਿੱਲੋਂ ਸਾਹਿਬ ਉਹ ਸ਼ਖਸੀਅਤ ਨੇ ਜਿਹੜੇ ਕਿ ਬਹੁਤ ਵਧੀਆ ਸਲੀਕੇ ਦੇ ਨਾਲ ਸਾਨੂੰ ਖਬਰਾਂ ਬਾਰੇ ਦੱਸਦੇ ਨੇ, ਖਬਰਾਂ ਤੇ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਨੇ, ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਕਈ ਪ੍ਰੋਗਰਾਮਾਂ ਦੇ ਵਿੱਚ ਜਵਾਬ ਵੀ ਦਿੰਦੇ ਨੇ। ਸੋ ਇਸ ਲਈ ਅਸੀਂ ਇਹਨਾਂ ਨੂੰ ਵਿਸ਼ੇਸ਼ ਪ੍ਰੋਗਰਾਮਾਂ ਦੇ ਵਿੱਚ ਲੈ ਕੇ ਆਉਂਦੇ ਹਾਂ ਕਿਉਂਕਿ ਇਹ ਹਰ ਖਬਰ ਤੇ ਆਪਣੀ ਤਿੱਖੀ ਨਜ਼ਰ ਬਣਾ ਕੇ ਰੱਖਦੇ ਨੇ। ਪ੍ਰੋਗਰਾਮ ਦੀ ਸ਼ੁਰੂਆਤ ਹੋ ਚੱਲੀ ਹੈ। ਅੱਜ ਦੀਆਂ ਬਹੁਤ ਸਾਰੀਆਂ ਖਬਰਾਂ ਨੇ ਜੋ ਅਹਿਮ ਰਹਿਣਗੀਆਂ ਕਿਉਂਕਿ ਪਿਛਲੇ ਹਫਤੇ ਦੇ ਦੌਰਾਨ ਕਿਸਾਨਾਂ ਦੇ ਧਰਨੇ ਦੇ ਨਾਲ ਰਿਲੇਟਡ ਜਿਹੜੀਆਂ ਪਾਰਟੀਆਂ ਵੱਲੋਂ ਵੀ ਰੈਲੀਆਂ ਕੀਤੀਆਂ ਗਈਆਂ, ਵੱਖੋ ਵੱਖਰੇ ਸਟੰਟ ਮਾਰੇ ਗਏ, ਉਹਨਾਂ ਤੇ ਵੀ ਖਾਸ ਕਰਕੇ ਵਿਚਾਰ ਚਰਚਾ ਕਰਨੀ ਬਣਦੀ ਹੈ ਕਿ ਆਖਿਰਕਾਰ ਸਾਡੀਆਂ ਸਰਕਾਰਾਂ, ਸਾਡੀਆਂ ਪੰਜਾਬ ਦੀਆਂ ਪਾਰਟੀਆਂ ਕਿਸਾਨਾਂ ਨਾਲ ਧਰਨਿਆਂ ਤੇ ਬੈਠਣ ਦੀ ਬਜਾਏ ਉਹਨਾਂ ਦੇ ਧਰਨੇ ਫੇਲ ਕਰਨ ਦੇ ਲਈ ਲੱਗੀਆਂ ਰਹੀਆਂ, ਆਪਣੀ 2022 ਦੀ ਰਣਨੀਤੀ ਤਿਆਰ ਕਰਨ ਦੇ ਲਈ ਲੱਗੀਆਂ ਰਹੀਆਂ। ਸ਼ਹਿਰ ਜਾਮ ਕਰਤੇ, ਪਿੰਡ ਜਾਮ ਕਰਤੇ, ਬਹੁਤ ਸਾਰੇ ਲੋਕਾਂ ਨੂੰ ਉੱਥੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਵਨ ਕਿ ਅਖਬਾਰਾਂ ਦੀਆਂ ਸੁਰਖੀਆਂ ਇਹ ਵੀ ਬਣੀਆਂ ਕਿ ਰੈਲੀਆਂ ਦੇ ਦੌਰਾਨ ਜਦੋਂ ਸੜਕਾਂ ਜਾਮ ਕੀਤੀਆਂ ਗਈਆਂ ਜਾਂ ਫਿਰ ਰਸ਼ ਜ਼ਿਆਦਾ ਹੋਇਆ ਸੀ, ਬਹੁਤ ਸਾਰੇ ਲੋਕ ਸੀਗੇ ਜਿਹੜੇ ਐਕਸੀਡੈਂਟ ਦੇ ਦੌਰਾਨ
ਮਾਰੇ ਗਏ, ਬਹੁਤ ਸਾਰੇ ਘਰ ਸੀ ਜਿਨ੍ਹਾਂ ਦੇ ਚਿਰਾਗ ਬੁਝ ਗਏ, ਪਰ ਇਹਨਾਂ ਸਿਆਸੀ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹਨਾਂ ਨੂੰ ਫਰਕ ਪੈਂਦਾ ਹੈ ਤਾਂ ਸਿਰਫ ਤੇ ਸਿਰਫ ਆਪਣੀ ਵੋਟ ਬੈਂਕ ਦਾ। ਇਹਨਾਂ ਨੂੰ ਵੋਟ ਬੈਂਕ ਤੋਂ ਬਿਨਾ ਹੋਰ ਕੁਝ ਵੀ ਨਹੀਂ ਦਿਖਦਾ, ਭਾਵੇਂ ਉਹ ਕਿਸਾਨ ਹੋਣ, ਭਾਵੇਂ ਉਹ ਮਜ਼ਦੂਰ ਹੋਣ, ਭਾਵੇਂ ਉਹ ਆਮ ਲੋਕ ਹੋਣ, ਭਾਵੇਂ ਮਹਿੰਗਾਈ ਦੀ ਗੱਲ ਹੋਵੇ, ਰੁਜ਼ਗਾਰ ਦੀ ਗੱਲ ਹੋਵੇ, ਕਿਸੇ ਮਰਜ਼ੀ ਦੀ ਗੱਲ ਹੋਵੇ, ਇਹਨਾਂ ਨੂੰ ਸਿਰਫ ਤੇ ਸਿਰਫ ਵੋਟ ਬੈਂਕ ਤੋਂ ਮਤਲਬ ਹੈ। ਸੋ ਫਿਲਹਾਲ ਗੱਲ ਕਰਾਂਗੇ ਕਾਂਗਰਸ ਦੀ। ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਗਈਆਂ। ਪਹਿਲੇ ਦਿਨ ਜਿਸ ਦਿਨ ਬਦਨੀ ਕਲਾਂ ਦੇ ਵਿੱਚ ਰੈਲੀ ਹੋਈ, ਨਵਜੋਤ ਸਿੰਘ ਸਿੱਧੂ ਵੀ ਉੱਥੇ ਪਹੁੰਚੇ, ਹਰੀਸ਼ ਰਾਵਤ ਉਹਨਾਂ ਨੂੰ ਮਨਾ ਕੇ ਲੈ ਕੇ ਆਏ। ਉੱਥੇ ਉਹਨਾਂ ਦੀ ਸਟੇਜ ਤੇ ਗੱਲਬਾਤ ਹੋਈ ਤਾਂ ਸਿਰਫ ਉਹਨਾਂ ਨੇ ਇੰਨੀ ਗੱਲ ਕਹੀ ਕਿ ਅੱਜ ਨਾ ਰੋਕੋ ਬਾਈ ਜੀ, ਅੱਜ ਬੋਲਣ ਦਿਓ, ਬਹੁਤ ਸਮਾਂ ਹੋ ਗਿਆ ਚੁੱਪ ਬੈਠੇ ਨੂੰ। ਇਸੇ ਹੀ ਗੱਲ ਦਾ ਬਹੁਤ ਜ਼ਿਆਦਾ ਬਤੰਗੜ ਬਣ ਗਿਆ ਕਿ ਅਗਲੀਆਂ ਰੈਲੀਆਂ ਦੇ ਵਿੱਚ ਉਹਨੂੰ ਕਿਤੇ ਵੀ ਦਿਖੇ ਹੀ ਨਹੀਂ, ਉਹਨਾਂ ਦੀ ਕਿਤੇ ਕੋਈ ਵੀ ਗੱਲ ਨਹੀਂ ਹੋਈ। ਤਾਂ ਅਖਬਾਰਾਂ ਦੇ ਵਿੱਚ ਅੱਜ ਵੀ ਛਪਿਆ ਹੋਇਆ ਹੈ, ਜਿਸ ਦੇ ਵਿੱਚ ਸੁਖਜਿੰਦਰ ਰੰਧਾਵਾ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਹਾਈ ਕਮਾਂਡ ਦੀ ਇਨਸਲਟ ਕੀਤੀ ਸੀ ਸਟੇਜ ਤੇ, ਇਸ ਦੇ ਲਈ ਉਹ ਕਿਤੇ ਵੀ ਨਹੀਂ ਦਿਖੇ। ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਹਰੀਸ਼ ਰਾਵਤ ਨੇ ਉਹਨਾਂ ਨੂੰ ਉਸ ਦਿਨ ਉੱਥੇ ਨਹੀਂ ਰੋਕਿਆ, ਯਾਨੀ ਕਿ ਅਸੀਂ ਅਸਾਰ ਲਾ ਸਕਦੇ ਹਾਂ ਕਿ ਹਰੀਸ਼ ਰਾਵਤ ਹਲੇ ਵੀ ਉਹਨਾਂ ਨੂੰ ਮਨਾਉਣ ਦੇ ਵਿੱਚ ਲੱਗੇ ਹੋਏ ਨੇ। ਪ੍ਰਤਾਪ ਸਿੰਘ ਦੀ ਜੇ ਗੱਲ ਕਰ ਲਈਏ ਜਾਂ ਫਿਰ ਸ਼ਮਸ਼ੀਰ ਸਿੰਘ ਦੁੱਲੋਂ ਦੀ ਗੱਲ ਕਰ ਲਈਏ ਤਾਂ ਇਹਨਾਂ ਤਿੰਨਾਂ ਨੇ, ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਸਿੰਘ ਤੇ ਨਾਲ ਦੀ ਨਾਲ ਸ਼ਮਸ਼ੀਰ ਸਿੰਘ ਦੁੱਲੋ, ਇਹਨਾਂ ਤਿੰਨਾਂ ਨੇ ਕਾਂਗਰਸ ਨਾਲੋਂ ਦੂਰੀ ਬਣਾ ਕੇ ਰੱਖੀ। ਤਾਂ ਹਲੇ ਵੀ ਅਸੀਂ ਕਹਿ ਸਕਦੇ ਹਾਂ ਕਿ ਖਿੱਚੋਤਾਣ ਜਾਰੀ ਹੈ। ਹਰੀਸ਼ ਰਾਵਤ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਦਿਲ ਤੋਂ ਨਾਲ ਜੁੜਦੇ ਨੇ ਜਾਂ ਵੋਟਿੰਗ ਲਈ ਨਾਲ ਜੁੜਦੇ ਨੇ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਪਰ ਅਸੀਂ ਪੂਰੇ ਮਾਮਲੇ ਤੇ ਪੜਾਂਗੇ ਢਿੱਲੋਂ ਸਾਹਿਬ ਦੇ ਨਾਲ, ਤੇ ਢਿੱਲੋਂ ਸਾਹਿਬ ਤੋਂ ਜਾਣਾਂਗੇ ਕਿ ਸਰ ਕੀ ਰਿਹਾ ਰੈਲੀਆਂ ਦੇ ਦੌਰਾਨ ਖਾਸ। ਨਵਦੀਪ ਜੀ, ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੀਆਂ ਇਹ ਰਾਜਸੀ ਪਾਰਟੀਆਂ ਨੇ ਇਹ ਰਾਜਨੀਤੀ ਕਰਦੀਆਂ ਨੇ। ਗੁਰਦਾਸ ਮਾਨ ਦੀਆਂ ਇੱਕ ਬਹੁਤ ਖੂਬਸੂਰਤ ਲਾਈਨਾਂ ਨੇ, ਕਹਿੰਦਾ ਸਾਡੇ ਮੁਲਕ 'ਚ ਕੁਰਸੀ ਇੱਕ ਅਜੂਬਾ ਏ, ਜੋ ਹਰ ਅਫਸਰ ਹਰ ਨੇਤਾ ਦੀ ਮਹਿਬੂਬਾ ਏ। ਇਹ ਵੀ ਆਪਣੇ ਕੀ ਰੰਗ ਦਿਖਾਉਂਦੀ ਹੈ, ਸੱਚੇ ਸੁੱਚੇ ਬੰਦਿਆਂ ਤੋਂ ਘਬਰਾਉਂਦੀ ਹੈ। ਭਾਵ ਇਸ ਰਾਜਨੀਤੀ ਦੇ ਵਿੱਚ ਕੋਈ ਸੱਚਾ ਸੁੱਚਾ ਬੰਦਾ ਜਾਣ ਦੀ ਜ਼ਰੂਰਤ ਨਹੀਂ ਕਰਦਾ ਹੈਗਾ। ਜਦੋਂ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਕੇਂਦਰੀ ਮੰਤਰੀ ਹਰੀਸ਼ ਰਾਵਤ ਨੂੰ ਲਾਇਆ ਗਿਆ ਸੀ ਤਾਂ ਨਜ਼ਰ ਆਉਣ ਲੱਗ ਗਿਆ ਸੀ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਕੁਝ ਨਾ ਕੁਝ ਤਬਦੀਲੀਆਂ ਹੋਣਗੀਆਂ। ਪੰਜਾਬ ਕਾਂਗਰਸ ਜਿਸ ਤਰੀਕੇ ਨਾਲ ਚੱਲ ਰਹੀ ਹੈ ਔਰ ਇੱਕ ਕਰੋਨਾ ਮਹਾਮਾਰੀ ਪੈ ਗਈ, ਆਰਥਿਕ ਪੱਖੋਂ ਪੰਜਾਬ ਦੇ ਖਜ਼ਾਨੇ ਦੇ ਵਿੱਚ ਕਬੂਤਰ ਬੋਲਦੇ ਨੇ। ਇਹਨਾਂ ਨੇ ਖਜ਼ਾਨਾ ਭਰਨ ਦਾ ਨਾ ਤਾਂ ਯਤਨ ਕੀਤਾ ਤੇ ਨਾ ਹੀ ਕੋਈ ਜੁਰਤ ਦਿਖਾਈ ਹੈ। ਪਰ ਇਸ ਤੋਂ ਉਲਟ ਇਹਨਾਂ ਨੇ ਖਰਚੇ ਵਧਾਉਣ ਵਾਲੇ ਮਾਮਲੇ, ਭਾਵੇਂ ਉੱਥੇ ਸਲਾਹਕਾਰਾਂ ਦੀ ਫੌਜ ਵਧਾ ਲਈ ਜਾਂ ਹੋਰ, ਉਹ ਸਾਰਾ ਕੁਝ ਕੀਤਾ ਜੀ। ਇਹ ਜਿਹੜੀ ਕਾਂਗਰਸ ਦੀ ਰੈਲੀ ਸੀ ਉਹਦੇ ਵਿੱਚ ਪਹਿਲਾਂ ਜ਼ੋਰ ਲੱਗਿਆ ਵਾ ਸੀ ਕਿ ਨਵਜੋਤ ਸਿੱਧੂ ਨਾ ਹੀ ਆਵੇ। ਇੱਕ ਧੜਾ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੱਸਿਆ ਜਾਂਦਾ ਹੈ, ਉਹ ਧੜਾ ਜਿਹੜਾ ਸੀਗਾ ਉਹ ਨਵਜੋਤ ਸਿੱਧੂ ਦੀ ਜਿਹੜੀ ਐਂਟਰੀ ਆ ਉਸ ਤੇ ਸਵਾਲ ਚੁੱਕ ਰਿਹਾ ਸੀ। ਪਰੰਤੂ ਹਾਈ ਕਮਾਨ ਤੇ ਹਰੀਸ਼ ਰਾਵਤ ਹੋਰੀ ਬਹੁਤ ਸੀਜ਼ਨਡ ਰਾਜਨੀਤੀਵਾਨ ਨੇ, ਉਹਨਾਂ ਨੂੰ ਕੱਲੀ ਗੱਲ ਦਾ ਪਤਾ ਹੈ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਨਵਜੋਤ ਸਿੱਧੂ ਜਿੱਥੇ ਕੌਮਾਂਤਰੀ ਪੱਧਰ ਦੇ ਖਿਡਾਰੀ ਨੇ, ਕੌਮਾਂਤਰੀ ਪੱਧਰ ਦੇ ਅਨਾਉਂਸਰ ਨੇ, ਹੋਰ ਸਾਰਾ ਕੁਝ ਉਹਨਾਂ ਦੇ ਵਿੱਚ ਬਹੁਤ ਕੁਝ ਹੈਗਾ। ਉਹਨਾਂ ਦੀ 2022 ਦੇ ਵਿੱਚ ਸੇਵਾ ਲੈਣੀ ਹੈ ਔਰ ਜੇ ਉਹ ਕਾਂਗਰਸ ਦੇ ਵਿੱਚ ਰਹਿੰਦੇ ਨੇ ਤਾਂ ਅਗਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਫਿਰ ਦੂਜੇ ਤਰ੍ਹਾਂ ਸਟਾਰ ਪ੍ਰਚਾਰਕ ਦੇ ਤੌਰ ਤੇ ਰਹਿਣਗੇ। ਮੈਂ ਸਮਝਦਾ ਕਿ ਹਰੀਸ਼ ਰਾਵਤ ਹੋਰਾਂ ਤੋਂ ਇੱਥੇ ਥੋੜੀ ਜਿਹੀ ਗਲਤੀ ਹੋ ਗਈ। ਉਹਨਾਂ ਨੂੰ ਚਾਹੀਦਾ ਤਾਂ ਇਹ ਸੀਗਾ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਮਨਾ ਲਿਆ ਸੀ ਤਾਂ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਗੱਲਬਾਤ ਕਰਦੇ ਜਾਂ ਉਸ ਤੋਂ ਪਹਿਲਾਂ ਦੋਨਾਂ ਨੂੰ ਇਕੱਠੇ ਕਰਕੇ ਬਿਠਾ ਲੈਂਦੇ। ਹੁਣ ਨਿੱਕੀਆਂ ਗੱਲਾਂ ਨੂੰ ਚੱਕ ਰਹੇ ਨੇ। ਫਿਰ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਆਉਂਦੇ ਆ ਔਰ ਉਹਨਾਂ ਦੀ ਬੋਡੀ ਲੈਂਗੁਏਜ, ਉਹ ਜਿੱਦਾਂ ਬੋਲਦੇ ਆ, ਜਿਹੜੇ ਸ਼ਬਦ ਕਹੇ ਸੀ ਉਹਨਾਂ ਨੇ ਸ਼ਬਦ ਕੋਈ ਅਸਭਿਅਕ ਨਹੀਂ ਕਹੇ ਸੀ। ਉਹਨਾਂ ਨੇ ਕਿਹਾ ਕਿ ਸੀਗੇ ਸੁੱਖੀ ਭਾਜੀ ਹਟ ਜਾਓ ਪਿੱਛੇ, ਅੱਜ ਬੋਲ ਲੈਣ ਦਿਓ, ਬਥੇਰਾ ਚਿਰ ਮੈਨੂੰ ਚੁੱਪ ਕਰਕੇ ਬਿਠਾ ਲਿਆ। ਉਹ ਸਾਰੇ ਦਾ ਸਾਰਾ ਕੇਂਦਰ ਸਰਕਾਰ ਵੱਲ ਨੂੰ ਕੇਂਦਰਿਤ ਕੀਤਾ ਹੋਇਆ ਸੀ, ਲੇਕਿਨ ਕੁਝ ਗੱਲਾਂ ਉਹ ਰਾਜ ਸਰਕਾਰ ਬਾਰੇ ਵੀ ਕਹੇ ਗਏ ਕਿ ਸਰਕਾਰਾਂ ਸਿਰਫ ਮੂਕ ਦਰਸ਼ਕ ਬੈਠ ਕੇ ਦੇਖਣ ਵਾਲੀਆਂ ਨਹੀਂ ਹੁੰਦੀਆਂ, ਉਹਨਾਂ ਨੂੰ ਮਸਲੇ ਹੱਲ ਕਰਨੇ ਪੈਂਦੇ ਨੇ। ਉਹ ਲੱਗਦਾ ਕਿ ਉਹਨਾਂ ਨੇ ਚੋਟ ਇੱਧਰ ਪਾਈ ਹੈ।
ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਨਾਂ ਆ ਉਹ ਚੌਥੇ ਨੰਬਰ ਤੇ ਜਾ ਕੇ ਲਿਆ, ਜੀ ਬਾਅਦ ਦੇ ਵਿੱਚ ਲਿਆ। ਇੱਕ ਤਾਂ ਗੱਲ ਹੋਰ ਮੈਂ ਕਹਾਂਗਾ, ਆਪਾਂ ਜਿੱਥੇ ਨਵਜੋਤ ਸਿੱਧੂ ਦੀ ਇਸੇ ਮੰਚ ਤੋਂ ਕਈ ਵਾਰੀ ਤਾਰੀਫ ਕਰਦੇ ਹਾਂ ਵੀ ਉਹਦੇ ਵਿੱਚ એનર્ਜੀ ਹੈ, ਸਮਰੱਥਾ ਹੈ, ਕੰਮ ਕਰ ਸਕਦੇ ਨੇ, ਪਰ ਉਹਨਾਂ ਨੂੰ ਥੋੜਾ ਬਹੁਤਾ ਨਾ ਠਰਮੇ ਤੋਂ ਵੀ ਕੰਮ ਲੈਣਾ ਚਾਹੀਦਾ ਹੈਗਾ। ਉੱਥੇ ਮੰਚ ਦੇ ਉੱਤੇ ਉਸ ਤੋਂ ਸੀਨੀਅਰ ਉਹ ਆਪ ਕਹਿੰਦੇ ਹੁੰਦੇ ਆ ਕਿ ਕੈਪਟਨ ਸਾਹਿਬ ਮੇਰੇ ਪਿਤਾ ਸਮਾਨ ਨੇ। ਇੱਥੋਂ ਤੱਕ ਕਿ ਕਈ ਵਾਰੀ ਸਰਦਾਰ ਸੁਖਬੀਰ ਸਿੰਘ ਵੀ ਬਾਦਲ ਵੀ ਕਹਿ ਗਏ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਮੇਰੇ ਪਿਤਾ ਸਮਾਨ। ਫਿਰ ਉਹਨਾਂ ਨੂੰ ਉੱਠ ਕੇ ਕਹਿਣਾ ਪਿਆ ਵੀ ਕਾਕਾ ਤੇਰੇ ਪਿਤਾ ਸਮਾਨ ਨਹੀਂ, ਤੇਰਾ ਪਿਤਾ ਹੀ ਆ ਮੈਂ। ਸੋ ਸਿੱਧੂ ਹੋਰੀ ਕਹਿੰਦੇ ਹੁੰਦੇ ਸੀ ਕਿ ਮੇਰੇ ਪਿਤਾ ਸਮਾਨ ਨੇ ਕੈਪਟਨ ਸਾਹਿਬ। ਔਰ ਕੈਪਟਨ ਸਾਹਿਬ ਨੇ ਵੀ ਇੱਕ ਦਿਨ ਪਹਿਲਾਂ ਹੀ ਇਹ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਪ੍ਰਧਾਨ ਬਣਾਇਆ ਜਾ ਸਕਦਾ। ਉਹ ਤਾਂ ਜੇ 3 ਸਾਲ ਪਹਿਲਾਂ ਹੀ ਕਾਂਗਰਸ 'ਚ ਹੋਏ ਨੇ, ਆਏ ਨੇ। ਉੱਥੇ ਮੈਨੂੰ ਲੱਗਦਾ ਇਸ ਗੱਲ ਦੀ ਕੌੜ ਨਵਜੋਤ ਸਿੰਘ ਸਿੱਧੂ ਦੇ ਮਨ ਦੇ ਵਿੱਚ ਆਈ। ਨਵਜੋਤ ਸਿੰਘ ਸਿੱਧੂ ਤੋਂ ਪਹਿਲਾਂ ਜੇ ਆਪਾਂ ਕੈਪਟਨ ਸਾਹਿਬ ਦਾ ਅਕਾਲੀਆਂ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਆਉਣ ਦੇ ਮਾਮਲੇ ਨੂੰ ਦੇਖਿਆ ਜਾਵੇ ਤਾਂ ਉਹ ਵੀ ਤਾਂ ਆਉਣਸਾਰ ਪ੍ਰਧਾਨ ਬਣ ਗਏ ਸੀ। ਉਦੋਂ ਕਾਂਗਰਸ ਦਾ ਪੈਮਾਨਾ ਕੋਈ ਹੋਰ ਸੀਗਾ ਜਦੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਅਕਾਲੀ ਦਲ 'ਚੋਂ ਆਉਂਦਿਆਂ ਨਹੀਂ ਉਹਨਾਂ ਦੇ ਨਾਲੋਂ ਕਿੰਨੇ ਬੰਦੇ ਸੀਨੀਅਰ ਕਾਂਗਰਸ ਦੇ ਵਿੱਚ ਬੈਠੇ ਸਨ, ਲੇਕਿਨ ਉਹਨਾਂ ਦੀ ਸਮਰੱਥਾ ਦੇਖੀ ਗਈ ਸੀ ਕਿ ਕੈਪਟਨ ਸਾਹਿਬ ਦੇ ਵਿੱਚ ਹੋਰਨਾਂ ਦੇ ਮੁਕਾਬਲੇ ਜ਼ਿਆਦਾ ਸਮਰੱਥਾ ਹੈ, ਉਹਨਾਂ ਦਾ ਕੱਦ ਬੁੱਧ ਉੱਚਾ ਹੈ, ਇਸ ਕਰਕੇ ਉਹਨਾਂ ਨੂੰ ਪ੍ਰਧਾਨਗੀ ਪਦ ਦੇ ਦਿੱਤਾ ਗਿਆ। ਹੁਣ ਵੀ ਕਾਂਗਰਸ ਹਾਈ ਕਮਾਨ ਇਹ ਦੇਖ ਰਹੀ ਹੈ, ਜਿਹੜੀਆਂ ਅੰਦਰਲੀਆਂ ਕਨਸੋਹਾਂ ਮਿਲ ਰਹੀਆਂ ਨੇ ਕਿ ਮੌਜੂਦਾ ਢਾਂਚੇ ਦੇ ਵਿੱਚ ਕਾਂਗਰਸ 2022 ਦੇ ਵਿੱਚ ਪੰਜਾਬ 'ਚ ਨਹੀਂ ਜਿੱਤ ਸਕਦੀ। ਇਸ ਢਾਂਚੇ ਦੇ ਵਿੱਚ ਬਦਲਾਅ ਲਿਆਉਣਾ ਜ਼ਰੂਰੀ ਹੈ। ਜੇ ਢਾਂਚੇ ਦੇ ਵਿੱਚ ਬਦਲਾਅ ਲਿਆਉਣਾ ਹੈ ਤਾਂ ਨਵਜੋਤ ਸਿੰਘ ਸਿੱਧੂ ਵਰਗਾ ਧੜੱਲੇਦਾਰ ਆਗੂ ਕਾਂਗਰਸ ਨੂੰ ਚਾਹੀਦਾ ਹੈ, ਲੇਕਿਨ ਬਹੁਤ ਸਾਰੇ ਪਹਿਲਾਂ ਵੀ ਧੜੱਲੇਦਾਰ ਆਗੂ ਆਏ, ਉਹ ਸਿਰਫ ਪ੍ਰਚਾਰ ਜੋਗੇ ਹੀ ਰਹਿ ਗਏ, ਭਾਸ਼ਣਾਂ ਜੋਗੇ ਰਹਿ ਗਏ। ਮੈਂ ਨਾਂ ਲਵਾਂ ਜਗਮੀਤ ਸਿੰਘ ਬਰਾੜ ਸਾਹਿਬ, ਵੀਰ ਦਵਿੰਦਰ ਸਿੰਘ, ਸੁਖਪਾਲ ਸਿੰਘ ਖਹਿਰਾ। ਤੇ ਕਿਤੇ ਹੁਣ ਜਿਸ ਤਰ੍ਹਾਂ ਦਾ ਇਹ ਮਾਹੌਲ ਸਿਰਜਿਆ ਜਾ ਰਿਹਾ ਹੈ, ਇਹ ਸੋਚਣਾ ਨਵਜੋਤ ਸਿੰਘ ਸਿੱਧੂ ਨੇ। ਉਹਨਾਂ ਨੂੰ ਵੀ ਥੋੜ੍ਹੀ ਜਿਹੀ ਆਪਣੀ ਭਾਸ਼ਾ ਦੇ ਵਿੱਚ ਉਹ ਗੱਲਾਂ ਲਿਆਉਣੀਆਂ ਪੈਣਗੀਆਂ ਜਿਹਦੇ ਨਾਲ ਠਰਮਾ ਹੋਵੇ ਔਰ ਲੱਗੇ ਕਿ ਅਸੀਂ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ। ਕੈਪਟਨ ਸਾਹਿਬ ਵੱਲ ਉਹਨਾਂ ਨੂੰ ਜ਼ਰੂਰ ਸਤਿਕਾਰ ਨਾਲ ਦੇਖਣਾ ਚਾਹੀਦਾ ਹੈ, ਪਰ ਜਿਹੜੀ ਕਸ਼ਮਕਸ਼ ਅੰਦਰ ਚੱਲ ਰਹੀ ਹੈ, ਜਿਵੇਂ ਕੈਪਟਨ ਸਾਹਿਬ ਨੇ 2 ਦਿਨ ਪਹਿਲਾਂ ਬਿਆਨ ਦੇਤਾ, ਉਹਨਾਂ ਨੂੰ ਵੀ ਉਹ ਬਿਆਨ ਨਹੀਂ ਦੇਣਾ ਚਾਹੀਦਾ ਸੀ। ਤੇ ਅਖੀਰ ਹਰੀਸ਼ ਰਾਵਤ ਨੇ ਬੜਾ ਹੀ ਸੂਝ-ਬੂਝ ਦੇ ਨਾਲ ਇੱਕ ਬਿਆਨ ਦਿੱਤਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਨਵਜੋਤ ਸਿੰਘ ਸਿੱਧੂ, ਉਹ ਕਹਿੰਦਾ ਵੀ ਹਾਈ ਕਮਾਂਡ ਦਾ ਮਾਮਲਾ ਹੈ, ਹਾਈ ਕਮਾਂਡ ਸੋਚ ਰਹੀ ਹੈ। ਤੇ ਜੇ ਕੈਪਟਨ ਸਾਹਿਬ ਵੀ ਇਹੀ ਗੱਲ ਕਹਿੰਦੇ ਵੀ ਭਾਵੇਂ ਹਾਈ ਕਮਾਂਡ ਭਾਵੇਂ ਸਿੱਧੂ ਨੂੰ ਪ੍ਰਧਾਨ ਬਣਾਵੇ ਜਾਂ ਕਿਸੇ ਨੂੰ ਹੋਰ ਪ੍ਰਧਾਨ ਬਣਾਵੇ, ਇਹ ਕੰਮ ਸਾਡਾ ਨਹੀਂ, ਇਹ ਹਾਈ ਕਮਾਂਡ ਦਾ ਹੈ। ਜੇ ਇੰਨੀ ਗੱਲ ਕਹੀ ਜਾਂਦੀ ਤਾਂ ਮੇਰਾ ਖਿਆਲ ਹੈ ਵੀ ਤਲਖੀ ਨਾ ਵੱਧਦੀ। ਔਰ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਗੱਲ ਕਹੀ ਕਿ ਸਰਕਾਰਾਂ ਮੂਕ ਦਰਸ਼ਕ ਹੈ ਜਾਂ ਮੂੰਗੀ ਦਾਲਾਂ ਦੀਆਂ ਫਸਲਾਂ ਦੇ ਉੱਤੇ MSP ਦਿੱਤਾ ਜਾ ਸਕਦਾ, ਉਸੇ ਤਰ੍ਹਾਂ ਜਿਵੇਂ ਸੇਬਾਂ ਦੇ ਉੱਤੇ MSP ਹਿਮਾਚਲ ਦੀ ਸਰਕਾਰ ਦਿੰਦੀ ਹੈ। ਇਸ ਗੱਲ ਤੋਂ ਪਤਾ ਇਹ ਲੱਗਦਾ ਹੈ ਕਿ ਅੰਦਰ ਖਾਤੇ ਕਾਂਗਰਸ ਦੇ ਅੰਦਰੂਨੀ ਖਾਨਾ ਜੰਗੀ ਬੜੀ ਵੱਡੀ ਤੇ ਪੱਧਰ ਤੇ ਤੇਜ਼ ਹੋਈ ਵੀ ਹੈ। ਅੱਜ ਵੀ ਹਰੀਸ਼ ਰਾਵਤ ਹੋਰਾਂ ਨੇ ਇਸ਼ਾਰਾ ਕੀਤਾ, ਅੰਦਰ ਖਾਤੇ ਕਈ ਤਰ੍ਹਾਂ ਦੇ ਕਨਸੋਆਂ ਨੇ। ਕੋਈ ਕਹਿੰਦਾ ਕਿ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਸਕਦਾ। ਜੇ ਡਿਪਟੀ ਮੁੱਖ ਮੰਤਰੀ ਬਣਾ ਵੀ ਦੇਣਗੇ ਤੇ ਜਿਹੜਾ ਇਹਨਾਂ ਦਾ ਦੋਨਾਂ ਦੇ ਵਿੱਚ ਆਪਸੀ ਮਤਭੇਦ ਨੇ ਉਹਨਾਂ ਨੂੰ ਕਿਵੇਂ ਦੂਰ ਕਰੋਗੇ? ਜੇ ਹਰੀਸ਼ ਰਾਵਤ ਹੋਰੀ ਪੰਜਾਬ ਦੀ ਉਹਨੂੰ ਵੱਧਣੀ ਕਲਾ ਲਿਜਾਉਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਇਹਨਾਂ ਦੀ ਆਪਸ ਵਿੱਚ ਦੀ ਬਹਿ ਕੇ ਗੱਲ ਕਰਾ ਦਿੱਤੀ, ਜਿਹੜੀ ਕੋਈ ਨਿੱਕੀ ਮੋਟੀ ਤਲਖੀ ਹੈ ਨਵਜੋਤ ਤੋਂ ਪੁੱਛਿਆ ਜਾਂਦਾ ਵੀ ਤੂੰ ਕਿਸ ਗੱਲ ਤੋਂ ਨਾਰਾਜ਼ ਹੈ, ਕੈਪਟਨ ਸਾਹਿਬ ਉਹਨੂੰ ਆਪਣਾ ਤਰਕ ਦਿੰਦੇ। ਔਰ ਕੈਪਟਨ ਸਾਹਿਬ ਇਹ ਕਹਿੰਦੇ ਇੱਕ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਉਹ ਸਾਰਿਆਂ ਨਾਲੋਂ ਵੱਡੇ ਨੇ, ਉਹਨਾਂ ਨੂੰ ਵੀ ਕਹਿਣਾ ਚਾਹੀਦਾ ਸੀ ਵੀ ਕਾਕਾ ਤੈਨੂੰ ਦੱਸ ਸਮੱਸਿਆ ਕੀ ਹੈ, ਮੈਂ ਤੇਰੇ ਪਿਤਾ ਸਮਾਨ ਹੈ, ਜੇ ਆ ਤੂੰ ਮੇਰੇ ਕੋਲੇ ਬੈਠ ਕੇ ਗੱਲ ਕਰ, ਕਿਹੜੀ ਆ ਉਹ ਆਪਣੇ ਤਰੀਕੇ ਨਾਲ ਕਨਵਿੰਸ ਕਰਾਉਂਦੇ। ਜੇ ਇਹਦੇ ਵਿੱਚ ਕੋਈ ਸਰਬ ਸਾਂਝਾ ਇਲਾਜ ਕੱਢ ਲਿਆ ਜਾਵੇ, ਜਿਵੇਂ ਇਸ ਸਟੇਜ ਤੇ ਵਿਰੋਧੀ ਧਿਰਾਂ ਬਿਲਕੁਲ ਖੜੀਆਂ ਕਰੇਲੇ ਹੋਈਆਂ ਫਿਰਦੀਆਂ ਨੇ। ਜਿਹੜੀ ਸਭ ਤੋਂ ਵੱਡੀ ਵਿਰੋਧੀ ਧਿਰ ਸੀ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੇ ਹੁਣ ਅਖੌਤੀ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੀ ਖਹਿੜਾ ਕਹਿੰਦੇ ਆ ਛੱਡਤਾ, ਪਰ ਲੋਕਾਂ ਦੇ ਗਲੇ 'ਚੋਂ ਹਲੇ ਇਹ ਗੱਲਾਂ ਥੱਲੇ ਨਹੀਂ ਉਤਰ ਰਹੀਆਂ। ਲੋਕਾਂ ਨੂੰ ਲਗਾਤਾਰ ਲੱਗ ਰਿਹਾ ਹੈ ਕਿ ਇਹ ਡਰਾਮੇ ਕਰਦੇ ਨੇ। ਆ ਜਦੋਂ ਕਿਸਾਨ ਅੰਦੋਲਨ ਖਤਮ ਹੋ ਗਿਆ 2022 ਤੋਂ ਪਹਿਲਾਂ, ਦੁਬਾਰਾ ਇਹਨਾਂ ਨੇ ਫੇਰ ਕੇ ਭਾਰਤੀ ਜਨਤਾ ਪਾਰਟੀ ਦੇ ਘਦਾੜੇ ਚੜ੍ਹ ਜਾਣਾ ਤੇ ਉਹੀ ਜਿਹੜੀ ਖੁੱਸੀ ਹੋਈ ਕੁਰਸੀ ਹੈ ਦੁਬਾਰਾ ਲੈ ਲੈਣੀ ਹੈ। ਇਹ ਲੋਕਾਂ ਦੇ ਵਿੱਚ ਘਰ ਨਹੀਂ ਕਰ ਰਿਹਾ। ਭਾਵੇਂ ਇੱਕ ਦੂਜੇ ਦੇ ਲੀਡਰਾਂ ਨੂੰ
ਇੱਕ ਦੂਜੇ ਦੇ ਵਿੱਚ ਜੁਆਇਨ ਵੀ ਕਰਾਇਆ ਜਾ ਰਿਹਾ ਹੈ। ਇਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਦੇਖਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2022 ਕੋਈ ਬਹੁਤੀ ਦੂਰ ਨਹੀਂ, ਅਗਲਾ ਸਾਲ ਚੋਣਾਂ ਦਾ ਵਰ੍ਹਾ ਹੈ, ਸਵਾ ਸਾਲ ਇਹ ਰਹਿ ਗਿਆ। ਜੇ ਕਿਹੜੀ ਪਾਰਟੀ ਨੂੰ ਲੋਕ ਅਪਣਾਉਂਦੇ ਨੇ, ਇਹ ਜਿਹੜਾ ਕਿਸਾਨ ਸੰਘਰਸ਼ ਜਿਹਦੀ ਤੁਸੀਂ ਗੱਲ ਕਰਦੇ ਹੋ ਇਹ ਚੱਲ ਰਿਹਾ ਹੈ, ਇਹਦੇ ਵਿੱਚੋਂ ਕੋਈ ਨਵੀਂ ਰਾਜਨੀਤੀ ਵੀ ਸਾਹਮਣੇ ਆਉਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਜੀ ਬਿਲਕੁਲ। ਤੇ ਇਹ ਸੀਗਾ ਕਿਸਾਨਾਂ ਦੇ ਨਾਲ ਰਿਲੇਟਡ, ਖਾਸ ਕਰਕੇ ਕਾਂਗਰਸ ਹਾਈ ਕਮਾਂਡ ਦੀ ਗੱਲ ਕੀਤੀ ਹੈ, ਕਾਂਗਰਸ ਪਾਰਟੀ ਦੀ ਗੱਲ ਕੀਤੀ ਹੈ। ਤੇ ਹੁਣ ਜੀ ਅਸੀਂ ਇਹਦੇ ਨਾਲ ਹੀ ਆਪਾਂ ਥੋੜਾ ਜਿਹਾ ਇਹ ਵੀ ਕਰ ਦਈਏ ਕਿ ਰਾਜਸੀ ਪਾਰਟੀਆਂ ਦੀ ਭੂਮਿਕਾ ਕੀ ਹੈ। ਰਾਜਸੀ ਪਾਰਟੀਆਂ ਨੇ ਵੱਡੀ ਪੱਧਰ ਦੇ ਉੱਤੇ ਧਮੱਚੜ ਪਾਏ। ਰਾਹੁਲ ਗਾਂਧੀ ਪੰਜਾਬ 'ਚ ਆਏ, ਉਹਨਾਂ ਨੇ ਤਕਰੀਬਨ ਅੱਧੀ ਦਰਜਨ ਦੇ ਕਰੀਬ ਰੈਲੀਆਂ ਕੀਤੀਆਂ। ਕਿਸਾਨ ਧਰਨੇ ਤੇ ਬੈਠੇ ਨੇ, ਸਮੱਸਿਆ ਕੇਂਦਰ ਸਰਕਾਰ ਕੋਲ ਜਾ ਕੇ ਹੱਲ ਹੋਣੀ ਹੈ। ਤਾਂ ਪੰਜਾਬ ਦੇ ਵਿੱਚ ਇਹ ਕਹਿਣਾ ਕਿ ਅਸੀਂ ਤਾਂ ਤੁਹਾਡੇ ਨਾਲ ਹੈ, ਤੁਸੀਂ ਕਿਸਾਨਾਂ ਕੋਲ ਗਏ, ਕਿਸਾਨਾਂ ਦੀ ਬਹਿ ਕੇ ਗੱਲ ਸੁਣੀ, ਕਿਸਾਨਾਂ ਦਾ ਜੇ ਚੰਗਾ ਹੁੰਦਾ ਇਹ ਆਪਦੇ ਪ੍ਰੋਗਰਾਮ ਦੇਣ ਦੀ ਥਾਂ ਤੇ ਇਹ ਜਿਹੜੀਆਂ 30 ਜਥੇਬੰਦੀਆਂ ਇਸ ਵੇਲੇ ਇਕਜੁੱਟਤਾ ਦੇ ਨਾਲ ਧਰਨੇ ਦੇ ਰਹੀਆਂ ਨੇ, ਇਹਨਾਂ ਦੇ ਆਗੂਆਂ ਨਾਲ ਗੱਲ ਕਰਦੇ ਕਿ ਸਾਡੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਜੀ ਪੰਜਾਬ ਦੀ ਧਰਤੀ ਤੇ ਆ ਰਹੇ ਨੇ ਔਰ ਤੁਹਾਡੀ ਹਮਾਇਤ 'ਚ ਆ ਰਹੇ ਨੇ, ਤੁਸੀਂ ਸਾਨੂੰ ਦੱਸੋ ਕਿ ਉਹਨਾਂ ਤੋਂ ਆਪਾਂ ਕਿਸ ਰੂਪ ਦੇ ਵਿੱਚ ਹਮਾਇਤ ਲੈਣੀ ਹੈ। ਉਹ ਵੱਖਰੇ ਰਾਗ ਅਲਾਪ ਨਾਲ ਤਾਂ ਸਿੱਧੂ ਵਾਲਾ ਮਾਮਲਾ ਨਾ ਹੁੰਦਾ, ਵੱਖਰੇ ਰਾਗ ਅਲਾਪਣ ਦੀ ਥਾਂ ਤੇ ਉਹਨਾਂ ਦੇ ਮੰਚਾਂ ਦੇ ਉੱਤੇ ਜਾਂਦੇ, ਕਿਉਂਕਿ ਉਹ ਇਹ ਕਹਿ ਚੁੱਕੇ ਨੇ ਕਿ ਸਾਡੇ ਮੰਚ ਤੇ ਕੋਈ ਰਾਜਨੀਤੀ ਕਰਨ ਨਾ ਆਵੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ 25 ਸਤੰਬਰ ਨੂੰ ਕਿਹਾ ਕਿ ਅਸੀਂ ਤਾਂ ਜੀ ਅੱਜ ਚੱਕਾ ਜਾਮ ਕਰ ਦਿਆਂਗੇ। ਉਹ ਹਾਸੋ ਹੀ ਨਹੀਂ ਗੱਲ ਬਣ ਗਈ। ਬਾਅਦ ਦੇ ਵਿੱਚ 3 ਤਖ਼ਤਾਂ ਤੋਂ ਲੈ ਕੇ ਤੁਰ ਪਏ ਮਾਰਚ। ਤਖ਼ਤਾਂ ਦੇ ਉੱਤੇ ਲੋਕ ਜਾ ਕੇ ਅਰਦਾਸਾਂ ਕਰਦੇ ਨੇ। ਜਦੋਂ ਅਕਾਲੀ ਦਲ ਆਪਦੇ ਆਪ ਨੂੰ ਫਸਿਆ ਮਹਿਸੂਸ ਕਰੇ ਤਾਂ ਉਸ ਵੇਲੇ ਇਹਨੂੰ ਧਾਰਮਿਕ ਮੁੱਦੇ ਯਾਦ ਆ ਜਾਂਦੇ ਨੇ। ਉਹਨਾਂ ਨੇ ਵੀ ਰਾਜਨੀਤੀ ਕੀਤੀ। ਚੰਡੀਗੜ੍ਹ ਦੇ ਵਿੱਚ ਜਾ ਕੇ ਜਿਵੇਂ ਇੱਕ ਦੂਜੇ ਨਾਲ ਮਿਲ ਕੇ ਖੇਡਦੇ ਆ ਕਿ ਮਾੜੀਆਂ ਜਿਹੀਆਂ ਸਾਡੇ ਤੇ ਪਾਣੀ ਦੀਆਂ ਵਿਛਾੜਾਂ ਜਿਹੀਆਂ ਕਰ ਦਿਓ ਤੇ ਧੱਕਾ ਧੌਲ ਜੀ ਕਰ ਦਿਓ ਤਾਂ ਕਿ ਲੋਕਾਂ 'ਚ ਸਾਡਾ ਬਣ ਜੇ ਵੀ ਅਕਾਲੀ ਦਲ ਸਭ ਤੋਂ ਅੱਗੇ ਹੋ ਕੇ ਨਾਲ ਲੜ ਰਿਹਾ ਹੈ। ਹੋਰ ਰਾਜਸੀ ਪਾਰਟੀਆਂ ਵੀ ਇਸ ਤੇ ਲੱਗੀਆਂ ਹੋਈਆਂ ਨੇ। ਜੇ ਸੱਚਮੁੱਚ ਤੁਸੀਂ ਕਿਸਾਨਾਂ ਦੇ ਮਦਈਓ, ਕਿਸਾਨਾਂ ਦੇ ਹਿਤੈਸ਼ੀਓ, ਕਿਸਾਨਾਂ ਵਾਸਤੇ ਲੜਦੇ ਹੋ, ਫਿਰ ਰਾਜਨੀਤੀ ਛੱਡੋ। ਰਾਜਨੀਤੀ ਛੱਡ ਕੇ ਕਿਸਾਨਾਂ ਨੂੰ ਪੁੱਛੋ ਵੀ ਤੁਸੀਂ ਉਹਨਾਂ ਤੋਂ ਕੀ ਕੰਮ ਲੈਣਾ ਚਾਹੁੰਦੇ ਹੋ। ਪੰਜਾਬ ਦੀ ਧਰਤੀ ਤੇ ਧਮੱਚੜ ਪਾਉਣਾ ਛੱਡ ਕੇ ਦਿੱਲੀ ਦੇ ਵਿੱਚ ਜਾ ਕੇ ਬੈਠੋ। ਦਿੱਲੀ ਦੇ ਵਿੱਚ ਜਦੋਂ ਤੁਸੀਂ ਜਾ ਕੇ ਬੈਠੋਗੇ ਤਾਂ ਫਿਰ ਨਰਿੰਦਰ ਮੋਦੀ ਨੂੰ ਮਜਬੂਰ ਹੋਣਾ ਪਊਗਾ ਕਿ ਇੱਕ ਚੌਥਾ ਆਰਡੀਨੈਂਸ ਲਿਆ ਕੇ ਜਿਹੜੀਆਂ ਗੱਲਾਂ ਕਿਸਾਨ ਕਹਿੰਦੇ ਨੇ ਉਹਨਾਂ ਨੂੰ ਉਹਦੇ 'ਚ ਪਾ ਕੇ ਬਿੱਲ ਬਣਾ ਕੇ ਪਾਸ ਕਰਵਾ ਦਿੱਤਾ ਜਾਵੇ। ਨਹੀਂ ਤਾਂ ਤੁਹਾਡੀ ਇਹ ਜਿਹੜੀ ਰਾਜਨੀਤੀ ਹੈ ਇਸੇ ਤਰ੍ਹਾਂ ਦੀ ਰਹੇਗੀ। ਸਾਰੀਆਂ ਪਾਰਟੀਆਂ ਸਿਆਸੀ 2022 ਦੀ ਸਿਆਸੀ ਜ਼ਮੀਨ ਤਲਾਸ਼ਣ ਵਿੱਚ ਲੱਗੀਆਂ ਹੋਈਆਂ ਨੇ। ਇਹਨਾਂ ਨੂੰ ਕਿਸਾਨਾਂ ਦੇ ਨਾਲ ਹਮਦਰਦੀ ਵਗੈਰਾ ਕੋਈ ਨਹੀਂ ਹੈ। ਆਪਣੀ ਰਾਜਨੀਤੀ ਪੈਦਾ ਕਰਕੇ ਵੀ ਕਿਹੜੇ ਤਰੀਕੇ ਦੇ ਨਾਲ 2022 ਦੇ ਵਿੱਚ ਅਸੀਂ ਦੁਬਾਰਾ ਵਿਧਾਨ ਸਭਾ ਦੇ ਵਿੱਚ ਸੱਤਾ ਤੇ ਕਾਬਜ ਹੋਣਾ ਹੈ, ਉਸ ਪਾਸੇ ਵੱਲ ਨੂੰ ਲੱਗੇ ਹੋਏ ਨੇ। ਜੇ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟਤਾ ਦੇ ਨਾਲ ਇੱਕ ਮੰਚ ਤੇ ਆ ਜਾਣ, ਜਾ ਕੇ ਲੋਕ ਸਭਾ ਨੂੰ ਘੇਰਨ, ਦਿੱਲੀ ਦੇ ਵਿੱਚ ਬੈਠਣ, ਜੇ ਐਡਾ ਵੱਡਾ ਸੰਘਰਸ਼ ਉੱਥੇ ਜਾ ਕੇ ਹੋ ਗਿਆ ਇਹਦਾ ਕੋਈ ਨਾ ਕੋਈ ਹੱਲ ਨਿਕਲ ਆਵੇਗਾ। ਪਰ ਆਪਦੀ ਸਿਆਸਤ ਛੱਡਣੀ ਪਊਗੀ ਜਿਹਨੂੰ ਇਹ ਰਾਜਸੀ ਲੋਕ ਕਦੇ ਵੀ ਛੱਡਣ ਨੂੰ ਤਿਆਰ ਨਹੀਂ। ਜੀ ਤੇ ਪਾਰਟੀਆਂ ਤੋਂ ਹਟ ਕੇ ਜੇ ਅਸੀਂ ਕਿਸਾਨ ਜਥੇਬੰਦੀਆਂ ਦੇ ਵੱਲ ਆਈਏ ਤਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਇੱਕ ਤਰੀਕੇ ਦੀ ਹਲਚਲ ਮਚਣੀ ਸ਼ੁਰੂ ਹੋ ਗਈ ਹੈ, ਕਿਉਂਕਿ ਕਿਸਾਨ ਯੂਨੀਅਨ ਲੱਖੋਵਾਲ ਦੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਅਚਨਚੇਤ ਸੁਪਰੀਮ ਕੋਰਟ ਦੇ ਵਿੱਚ ਪਾਈ ਹੋਈ ਪਟੀਸ਼ਨ ਹੈ ਜਿਸ ਨੂੰ ਵਾਪਸ ਲੈਣਾ ਪਿਆ। ਤਾਂ ਕਿਸਾਨਾਂ ਦਾ ਤੇ ਬਾਕੀ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਸਾਡੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ, ਉਹਨਾਂ ਨੇ ਆਪ ਮੁਹਾਰੇ ਹੀ ਅੱਗੇ ਜਾ ਕੇ ਕੰਮ ਕੀਤਾ। ਨਵਦੀਪ ਜੀ, ਜਿਹੜੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹੈ ਜੀ, ਇਹ ਸਾਰਿਆਂ ਨੂੰ ਪਤਾ ਕਿ ਉਹਨਾਂ ਦਾ ਸਿੱਧੇ ਦਾ ਸਿੱਧਾ ਰਿਸ਼ਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਜੀ। ਇੱਕ ਪਾਸੇ ਕਿਹਾ ਜਾ ਰਿਹਾ ਕਿ 31 ਕਿਸਾਨ ਜਥੇਬੰਦੀਆਂ ਦੇ ਨਾਲ ਅਸੀਂ ਇੱਕ ਮੰਚ ਤੇ ਬੈਠੇ ਹਾਂ। ਦੂਜੇ ਪਾਸੇ ਉਹਨਾਂ ਦੇ ਵਿਰੁੱਧ ਕੱਲਾ ਬੰਦਾ ਲੱਖੋਵਾਲ ਦੇ ਧੜੇ ਦਾ ਜਾ ਕੇ ਇੱਕ ਪਟੀਸ਼ਨ ਪਾ ਦਿੰਦਾ ਹੈ। ਜੇ ਉਹ ਪਟੀਸ਼ਨ ਪਾ ਦਿੱਤੀ ਗਈ ਤਾਂ ਸੁਪਰੀਮ ਕੋਰਟ ਜੇ ਇਹ ਗੱਲ ਕਹਿ ਦਿੰਦੀ ਕਿ ਪਹਿਲਾਂ ਰੇਲ ਪਟੜੀਆਂ ਖਾਲੀ ਕਰੋ ਫਿਰ ਤੁਹਾਡੀ ਗੱਲ ਦੀ ਸੁਣਵਾਈ ਕਰਾਂਗੇ, ਔਰ ਕੇਂਦਰ ਸਰਕਾਰ ਕੋਲੇ ਇੱਕ ਬਹੁਤ ਵੱਡਾ ਮੁੱਦਾ ਬਣ ਜਾਣਾ ਸੀ ਕਿ
ਹੁਣ ਜਿਹੜਾ ਸਾਰਾ ਫੈਸਲਾ ਉਹ ਅਦਾਲਤ ਨੇ ਕਰਨਾ, ਕਿਉਂਕਿ ਮਾਲਮਲਾ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਜੇ 15 ਦਿਨ ਵੀ ਉਹ ਗਾਹਾਂ ਲੈ ਜਾਣ ਤਾਂ ਜਿਹੜਾ ਕਣਕ ਦਾ ਅਗਲਾ ਸੀਜ਼ਨ ਆ ਰਿਹਾ ਬਿਜਾਈ ਦਾ ਤੇ ਝੋਨੇ ਦਾ ਸੀਜ਼ਨ ਤਾਂ ਨਿਬੜ ਜਾਣਾ ਹੈ। ਉਸ ਤੋਂ ਬਾਅਦ ਭਾਵੇਂ ਜਿੰਨਾ ਚਿਰ ਮਰਜ਼ੀ ਸੰਘਰਸ਼ ਕਰੀ ਜਾਓ ਤੁਸੀਂ, ਕੋਈ ਉਹਦਾ ਫਰਕ ਨਹੀਂ ਨਿਕਲਣਾ ਅਪ੍ਰੈਲ ਤੋਂ ਪਹਿਲਾਂ। ਸਰ ਲੱਖੋਵਾਲ ਬਾਰੇ ਕਿਹਾ ਜਾ ਰਿਹਾ ਕਿ ਉਹਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਨਾਲ ਆਪਣੀ ਸਿਆਸੀ ਧਿਰ ਨੇ ਪਿੱਛੋਂ ਕੋਈ ਕੁੰਡੀ ਹਿਲਾਈ ਹੋਵੇਗੀ। ਅੱਜ ਉਹ ਸਿਆਸੀ ਧਿਰ ਕੋਈ ਵੀ ਫੈਸਲਾ ਕਰਦੀ ਹੈ, ਜਿਵੇਂ ਮੈਂ ਅਕਸਰ ਕਹਿਣਾ ਹੁੰਦਾ ਹੈ ਕਿ ਜਦੋਂ ਮਾੜਾ ਵਕਤ ਆਇਆ ਹੋਵੇ ਤਾਂ ਬੋਤੇ ਤੇ ਬੈਠਿਆਂ ਨੂੰ ਕੁੱਤੇ ਵੱਢ ਜਾਂਦੇ ਨੇ, ਪਰ ਇਹਨਾਂ ਨੂੰ ਤਾਂ ਬੋਤੇ ਤੇ ਖੜਿਆਂ ਨੂੰ ਕੁੱਤੇ ਵੱਢੀ ਜਾਂਦੇ ਆ। ਇਸੇ ਕਰਕੇ ਮਜਬੂਰ ਹੋ ਕੇ ਲੱਖੋਵਾਲ ਨੂੰ ਉਹ ਪਟੀਸ਼ਨ ਵਾਪਸ ਲੈਣੀ ਪਈ। ਦੂਸਰੇ ਪਾਸੇ 30 ਕਿਸਾਨ ਜਥੇਬੰਦੀਆਂ ਨੇ ਉਹਦਾ ਬਾਈਕਾਟ ਕਰਤਾ ਵੀ ਤੂੰ ਪੁੱਛ ਕੇ ਕਿਹਨੂੰ ਗਿਆ ਸੀ, ਕਿਸੇ ਨਾਲ ਰਾਏ ਕੀਤੀ? ਇਹਦਾ ਮਤਲਬ ਤੂੰ ਇਕੱਲਾ ਹੀ ਘੜਮ ਚੌਧਰੀ ਬਣ ਕੇ ਇਹ ਸਾਰਾ ਜਿਹੜਾ ਮਾਮਲਾ ਇਸ ਵੇਲੇ ਨਿਪਟਣ ਦੇ ਕਿਨਾਰੇ ਹੈ, ਉਸ ਦਾ ਤੂੰ ਮਤਲਬ ਸਿਆਸੀ ਭੋਗ ਪਾਉਣ ਦੇ ਬਾਅਦ ਇਹਦਾ ਭੋਗ ਪਾਉਣ ਵਾਸਤੇ ਤੂੰ ਸਿਆਸੀ ਧਿਰ ਦੇ ਆਦੇਸ਼ਾਂ ਤੇ ਇਹ ਕੁਛ ਕਰਨ ਗਿਆ। ਇਸ ਵੇਲੇ ਉਹ ਸਿਆਸੀ ਧਿਰ ਜਿਹੜੀ ਲਗਾਤਾਰ ਪਛੜਦੀ ਹਾਸ਼ੀਏ ਤੇ ਖੜੀ ਹੈ, ਔਰ ਲੱਖੋਵਾਲ ਵੀ ਇਹਨਾਂ ਕਿਸਾਨ ਸੰਘਰਸ਼ਾਂ ਦੇ ਵਿੱਚੋਂ ਬਾਹਰ ਨਿਕਲ ਕੇ ਅਲੱਗ-ਥਲੱਗ ਹੋ ਕੇ ਇਕੱਲਾ ਪੈ ਗਿਆ। ਔਰ ਕਿਸਾਨ ਜਥੇਬੰਦੀਆਂ ਨੇ ਅੱਜ ਫੈਸਲਾ ਕਰਨਾ ਹੈ। ਨਵਦੀਪ ਜੀ, ਬਹੁਤ ਗੰਭੀਰਤਾ ਵਾਲੀ ਸਥਿਤੀ ਚੋਂ ਅਸੀਂ ਗੁਜ਼ਰਦੇ ਹੋਏ ਨਿਕਲ ਰਹੇ ਹਾਂਗੇ। ਕਿਸਾਨਾਂ ਦਾ ਕੋਈ ਜੀ ਨਹੀਂ ਕਰਦਾ ਕਿ ਉਹ ਜਾ ਕੇ ਬੈਠਣ। ਕਿਸਾਨ ਇਸ ਕਰਕੇ ਉੱਥੇ ਬੈਠੇ ਨੇ ਕਿਉਂਕਿ ਕਿਸਾਨਾਂ ਨੂੰ ਉਹਨਾਂ ਦਾ ਭਵਿੱਖ ਜਿਹੜਾ ਹਨੇਰਾ ਨਜ਼ਰ ਆ ਰਿਹਾ ਹੈ, ਉਹਨਾਂ ਨੂੰ ਕੋਈ ਆਸ ਦੀ ਕਰਨ ਜਾਪਦੀ ਨਹੀਂ। ਇਹਨਾਂ ਆਰਡੀਨੈਂਸਾਂ ਨੂੰ ਅੱਜ ਨਰਿੰਦਰ ਮੋਦੀ ਦੀ ਸਰਕਾਰ ਨੇ 8 ਤਰੀਕ ਵਾਲੇ ਦਿਨ ਇੱਕ ਸੈਕਟਰੀ ਨੇ ਕਿਹਾ ਕਿ ਆਓ ਤੁਸੀਂ ਬੈਠੋ, ਸਾਡੇ ਨਾਲ ਗੱਲ ਕਰੀਏ, ਅਸੀਂ ਤੁਹਾਨੂੰ ਸਮਝਾਈਏ ਕਿ ਇਹਨਾਂ ਆਰਡੀਨੈਂਸਾਂ ਦੇ ਇਹਨਾਂ ਬਿੱਲਾਂ ਦੇ ਵਿੱਚ ਕੀ ਕੀ ਤੁਹਾਡੇ ਹੱਕ 'ਚ ਹੈ। ਕਿਸਾਨ ਇਹਦੇ ਮੂਰਖ ਸਮਝੇ ਹੋਏ ਨੇ। ਕਿਸਾਨਾਂ ਦੇ ਬਹੁਤ ਸਾਰੇ ਆਗੂ ਡਬਲ MA ਨੇ, ਪੜ੍ਹੇ ਲਿਖੇ ਨੇ, ਅਰਥ ਸ਼ਾਸਤਰੀ ਪੰਜਾਬ ਦੇ ਇਸ ਦੀ ਵਿਰੋਧਤਾ ਕਰ ਰਹੇ ਨੇ, ਬਹੁਤ ਸਾਰੇ ਪ੍ਰੋਫੈਸਰ ਵਿਰੋਧਤਾ ਕਰ ਰਹੇ ਨੇ, ਬੁੱਧੀਜੀਵੀ ਵਿਰੋਧਤਾ ਕਰ ਰਹੇ ਨੇ, ਹੋਰ ਆਗੂ ਵਿਰੋਧਤਾ ਕਰ ਰਹੇ ਨੇ। ਤਾਂ ਤੁਹਾਡੇ ਸੈਕਟਰੀ ਕੋਲੇ ਕਿਹੜੀ PhD ਹੈ ਜਿਹੜੀ ਚੰਦ ਤੋਂ ਕਰਕੇ ਆਇਆ, ਉਹ ਤੇ ਵੱਖਰੀ ਹੈ ਇੱਕ ਕਿਸਮ ਦੀ, ਜਿਹੜੀ ਉਹ ਲੋਕਾਂ ਨੂੰ ਕਹਿੰਦਾ ਹੈ ਕਿ ਆਓ ਮੇਰੇ ਕੋਲੇ ਬੈਠੋ ਮੈਂ ਤੁਹਾਨੂੰ ਸਮਝਾਵਾਂ। ਇਹਦਾ ਮਤਲਬ ਇਹ ਕਿ ਪੰਜਾਬ ਦੀਆਂ ਰਾਜਸੀ ਧਿਰਾਂ ਤੇ ਇਹ ਕਿਸਾਨ ਜਥੇਬੰਦੀਆਂ ਤਾਂ ਬਿਲਕੁਲ ਡੰਗਰ ਤੁਰੀਆਂ ਫਿਰਦੀਆਂ ਨੇ, ਇਹਨਾਂ ਦੀ ਸਮਝ ਹੀ ਨਹੀਂ, ਉਹ ਸੈਕਟਰੀ ਇਹਨਾਂ ਨੂੰ ਸਮਝਾਊਗਾ। ਤੇ ਕਿਸਾਨਾਂ ਨੇ ਇਸ ਗੱਲ ਨੂੰ ਰੱਦ ਕਰਤਾ ਕਿ ਇਹਦੇ ਨਾਲ ਅਸੀਂ ਗੱਲ ਬਿਲਕੁਲ ਕਰਨ ਨੂੰ ਤਿਆਰ ਨਹੀਂ। ਮੈਂ ਸਮਝਦਾ ਕਿ ਜੇ ਤੁਸੀਂ ਜਿਨ੍ਹਾਂ ਤੇ ਲਾਗੂ ਕਰਨਾ ਹੈ, ਜਿਵੇਂ ਟ੍ਰੈਫਿਕ ਪ੍ਰਣਾਲੀ ਹੈ ਨਾ, ਟ੍ਰੈਫਿਕ ਪ੍ਰਣਾਲੀ ਨੂੰ ਸੁਧਾਰਨ ਵਾਸਤੇ ਜਿਹੜੀ ਕਮੇਟੀ ਬਣੀ ਆ, ਟ੍ਰੈਫਿਕ ਪੁਲਿਸ ਦੀ ਮੈਂਬਰ ਨਹੀਂ ਜਿਨ੍ਹਾਂ ਨੇ ਉਹ ਟ੍ਰੈਫਿਕ ਪ੍ਰਣਾਲੀ ਲਾਗੂ ਕਰਨੀ ਹੈ। ਇਸੇ ਤਰ੍ਹਾਂ ਇੱਥੇ ਹੈ, ਇਹਨਾਂ ਬਿੱਲਾਂ ਦਾ ਸਿੱਧਾ ਅਸਰ ਹੋਣਾ ਖੇਤੀ ਤੇ ਜਿਹੜਾ ਦੇਸ਼ ਦੀ ਬਹੁ ਗਿਣਤੀ ਜਮਾਤ ਖੇਤੀ ਕਰਦੀ ਹੈ, ਉਹਨਾਂ ਦਾ ਕੋਈ ਨੁਮਾਇੰਦਾ ਤੱਕ ਨਾ ਬੁਲਾਇਆ ਗਿਆ ਹੋਵੇ ਇਹਨੂੰ ਬਣਾਉਣ ਤੋਂ ਪਹਿਲਾਂ। ਜੇ ਤੁਸੀਂ ਐਡੇ ਹੀ ਇਹਨਾਂ ਨੂੰ ਵਧੀਆ ਬਣਾਏ ਸੀ ਤੇ ਲੋਕਾਂ ਦੇ ਹਿੱਤ ਦੇ ਵਿੱਚ ਸੀ, ਤਾਂ ਬਣਾਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੁਲਾਉਂਦੇ। 250 ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ, ਜੇ 2-2 ਨਹੀਂ ਇੱਕ ਨੁਮਾਇੰਦਾ ਵੀ ਬੁਲਾ ਲੈਂਦੇ ਤਾਂ ਪੰਜਾਬ ਦੇ ਵਿੱਚੋਂ 31 ਬੰਦਿਆਂ ਨਹੀਂ ਜਾਣਾ ਸੀ। ਇੱਕ ਨੁਮਾਇੰਦਾ ਉਹ ਆਪਦਾ ਆਥੋਰਾਈਜ਼ ਕਰ ਦਿੰਦੇ ਵੀ ਸਾਡੇ ਵੱਲੋਂ ਕੌਣ ਜਾਏਗਾ। ਇੱਕ ਨੁਮਾਇੰਦਾ ਬੁਲਾ ਕੇ ਗੱਲ ਕੀਤੀ ਜਾਂਦੀ ਤਾਂ ਮੈਂ ਸਮਝਦਾ ਕਿ ਜਿਹੜੇ ਖਦਸ਼ੇ ਉਹ ਕਿਸਾਨ ਮੀਟਿੰਗਾਂ ਦੇ ਵਿੱਚ ਪ੍ਰਗਟਾਉਂਦੇ, ਉਹ ਮੀਟਿੰਗਾਂ ਦੇ ਵਿੱਚ ਹੀ ਉਹਨਾਂ ਦੇ ਹੱਲ ਕਰ ਦਿੱਤੇ ਜਾਂਦੇ ਵੀ ਤੁਹਾਡੇ ਆਹ ਖਦਸ਼ੇ ਨੇ, ਲਓ ਇਹਨਾਂ ਨੂੰ ਆਪਾਂ ਹੱਲ ਕਰ ਦਿੰਦੇ ਹਾਂ। ਅੱਜ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ। ਜੇ ਨਰਿੰਦਰ ਮੋਦੀ ਸੱਚਮੁੱਚ ਇਹ ਹੈ ਕਿ ਮੈਂ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ, ਇਹ ਬਿੱਲ ਕਿਸਾਨਾਂ ਦੇ ਹੱਕ 'ਚ ਨੇ, ਤਾਂ ਕਿਸਾਨਾਂ ਦੀ ਜਿਹੜੀ ਮੁੱਖ ਮੰਗ ਹੈ ਕਿ ਇਸ ਵੇਲੇ ਜਿਹੜੀ MSP ਹੈ ਮੱਕੀ ਦੀ 1850 ਆ, ਵਿਕ ਰਹੀ ਹੈ 600 ਤੋਂ 900 ਰੁਪਏ ਦੇ ਵਿੱਚ, ਅੱਧ ਮੁੱਲ ਤੋਂ ਵੀ ਘੱਟ ਤੇ ਵਿਕ ਰਹੀ ਹੈਗੀ। ਤਾਂ ਇਹ ਕਰ ਦਿੱਤਾ ਜਾਵੇ ਕਿ ਜਿਹੜੀ MSP ਘੱਟੋ ਘੱਟ ਸਮਰਥਨ ਮੁੱਲ ਕੇਂਦਰ ਸਰਕਾਰ ਐਲਾਨ ਕਰੇ, ਉਸ ਤੋਂ ਘੱਟ ਫਸਲ ਖਰੀਦੀ ਨਾ ਜਾਵੇ। ਪ੍ਰਾਈਵੇਟ ਪਲੇਅਰ ਤੁਸੀਂ 3500 ਲੈ ਆਓ, ਲੇਕਿਨ MSP ਤੋਂ ਘੱਟ ਨਾ ਖਰੀਦੇ। ਜੇ MSP ਕਿਸੇ ਚੀਜ਼ ਦੀ ਜਿਵੇਂ ਮੱਕੀ ਦੀ 1850 ਹੈ, ਕੱਲ੍ਹ ਨੂੰ ਮੈਦਾਨ ਦੇ ਵਿੱਚ ਆ ਕੇ ਜਿਹੜਾ ਇਹ ਪ੍ਰਾਈਵੇਟ ਧਿਰਾਂ ਨੇ ਇਹ 2000 ਤੇ ਖਰੀਦ ਲੈਣ ਤੇ ਕਿਸਾਨ ਦੇ ਦੇਣਗੇ 2000 ਤੇ। ਨਾਲ ਜਿਹੜਾ ਰਾਜਾਂ ਦੇ ਮੰਡੀ ਬੋਰਡਾਂ ਦਾ ਮੰਡੀ ਫੀਸ ਹੈ ਉਹਦਾ ਤੇ ਆੜਤੀਆਂ ਦੀ ਆੜਤ ਦਾ ਵੀ ਪ੍ਰਬੰਧ ਕੀਤਾ ਜਾਵੇ, ਤਾਂ ਜੋ ਮਤਲਬ ਇਹ ਜਿਹੜੀਆਂ ਵੱਖ-ਵੱਖ ਧਿਰਾਂ ਨੇ, ਇਕੱਲੇ ਕਿਸਾਨ ਨਹੀਂ,
ਖੇਤ ਮਜ਼ਦੂਰ ਇਹਦੇ ਨਾਲ ਹੈ, ਜਿਹੜੀਆਂ ਮੰਡੀਆਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਆ ਉਹ ਇਹਦੇ ਨਾਲ ਹੈ, ਟਰੱਕਾਂ ਵਾਲੇ ਟਰੈਕਟਰਾਂ ਵਾਲੇ ਢੋਆ ਢੁਆਈ ਵਾਲੇ ਇਹਦੇ ਨਾਲ ਨੇ, ਆੜਤੀਏ ਇਹਦੇ ਨਾਲ ਨੇ, ਤੇ ਹੋਰ ਵੀ ਕਈ ਜਥੇਬੰਦੀਆਂ ਨੇ ਜਿਹੜੀਆਂ ਸਿੱਧੀਆਂ ਜਾਂ ਅਸਿੱਧੀਆਂ ਤੇ ਅਸਰ ਪੈਣਾ ਹੈਗਾ। ਇਹ ਨਰਿੰਦਰ ਮੋਦੀ ਸਾਹਿਬ ਕਹਿਣਾ ਕੀ ਚਾਹੁੰਦੇ ਨੇ, ਕਰਨਾ ਕੀ ਚਾਹੁੰਦੇ ਨੇ, ਬਹੁ ਗਿਣਤੀ ਤਰਾ ਕਰ ਰਹੀ ਹੈ, ਤਾਂ ਚੰਦ ਲੋਕਾਂ ਨੂੰ ਜੇ ਫਾਇਦਾ ਦੇਣਾ ਹੈਗਾ ਤਾਂ ਜਿਹੜਾ ਤੁਸੀਂ ਜੁਮਲੇ ਦਿਖਾਤੇ ਲੋਕਾਂ ਨੂੰ 15 ਲੱਖ ਰੁਪਇਆ ਤੁਹਾਡੇ ਖਾਤਿਆਂ 'ਚ ਆਏਗਾ, ਕਿਸਾਨਾਂ ਦੇ ਸਿਰ ਚੜਿਆ ਹੋਇਆ ਕਰਜ਼ਾ ਪਹਿਲੇ ਹੀ ਦਿਨ ਲੀਕ ਮਾਰ ਦੂੰਗਾ। ਉਹ ਅੱਜ 6 ਸਾਲ ਹੋ ਗਏ ਤੇ ਮੋਦੀ ਸਾਹਿਬ ਉਹ ਲਕੀਰ ਵਾਸਤੇ ਊਂ ਤਾਂ ਪੈਨ ਤੁਸੀਂ 50 ਹਜ਼ਾਰ ਦਾ ਜੇਬ 'ਚ ਪਾਉਂਦੇ ਹੋ, ਕਿਸਾਨ ਕਹੇ ਸੂਟ ਵੀ 10 ਲੱਖ ਦਾ ਪਾਉਂਦੇ ਹੋ। ਉਹ ਕਿਸਾਨ ਕਹਿੰਦੇ ਨੇ ਕਿ ਪੈਨ ਰੁਪਈਏ ਵਾਲਾ ਅਸੀਂ ਉਹ ਲੈ ਜਾਂਦੇ ਹਾਂ, ਤੁਹਾਡੇ 50,000 ਦੇ ਪੈਨ ਦੀ ਲਕੀਰ ਦੀ ਲੋੜ ਨਹੀਂ, ਆ ਸਾਡੇ ਵਾਲੇ 5 ਰੁਪਈਆਂ ਦੇ ਪੈਨ ਨਾਲ ਹੀ ਲਕੀਰ ਮਾਰ ਦਿਓ, ਅਸੀਂ ਸੰਤੁਸ਼ਟ ਹੋ ਜਾਵਾਂਗੇ। ਇਸ ਵੇਲੇ ਸਥਿਤੀ ਨਾਜ਼ੁਕਤਾ ਵੱਲ ਨੂੰ ਜਾ ਰਹੀ ਹੈ, ਸਮਝਣਾ ਚਾਹੀਦਾ ਹੈ। ਇਹ ਪਹਿਲੀ ਵਾਰ ਹੈ ਕਿ ਕਿਸਾਨਾਂ ਦੇ ਨਾਲ ਪੰਜਾਬ ਦੀਆਂ ਘੱਟੋ ਘੱਟ ਸਾਰੀਆਂ ਹੀ ਜਥੇਬੰਦੀਆਂ ਨਾਲ ਲੱਗੀਆਂ ਹੋਈਆਂ ਨੇ। ਕੱਲ ਕਿਸਾਨਾਂ ਨੇ 2 ਘੰਟੇ ਦੇ ਧਰਨੇ ਦਿੱਤੇ, 12 ਤੋਂ 2, ਤੇ ਆਪਾਂ ਇਹਦੀ ਗੱਲ ਅਗਲੇ ਪੜਾਅ ਦੇ ਵਿੱਚ ਕਰ ਲਵਾਂਗੇ ਕਿ ਇਸ ਵੇਲੇ ਕਿਸਾਨਾਂ ਦੀ ਬਾਹ ਫੜਨ ਦੀ ਲੋੜ ਹੈ। ਉਹਨਾਂ ਦੇ ਮੌਤ ਦੇ ਵਾਰੰਟ ਜਿਹੜੇ ਮੋਦੀ ਸਾਹਿਬ ਤੁਸੀਂ ਲਿਖਤੇ, ਤਾਂ ਜਿਹੜੇ ਅੱਜ ਅੱਡੀਆਂ ਚੱਕ ਕੇ ਕਹਿ ਰਹੇ ਨੇ ਕਿ ਇਹ ਤਾਂ ਕਾਲੇ ਕਾਨੂੰਨ ਨੇ, ਔਰ ਜਦੋਂ ਕਾਨੂੰਨ ਪਾਸ ਹੋਏ ਸੀ ਤਾਂ ਦਸਤਖਤ ਤੁਸੀਂ ਵੀ ਕੀਤੇ ਸੀ। ਜੀ ਬਿਲਕੁਲ। ਤੇ ਇੱਕ ਵੇਲਾ ਛੋਟੀ ਜਿਹੀ ਬ੍ਰੇਕ ਦਾ ਹੋ ਚੱਲਿਆ, ਜਾਣਾ ਤੁਸੀਂ ਕਿਤੇ ਨਹੀਂ, ਕਿਸਾਨਾਂ ਦੇ ਮੁੱਦੇ ਤੇ ਹੀ ਅਸੀਂ ਬਣੇ ਰਵਾਂਗੇ, ਪਰ ਮਿਲਦੇ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਫਾਰ ਸਤਵਾਰ ਦੇ ਵਿੱਚ। ਗੱਲ ਚੱਲ ਰਹੀ ਹੈ ਕਿਸਾਨਾਂ ਦੀ, ਗੱਲ ਚੱਲ ਰਹੀ ਹੈ ਸੰਘਰਸ਼ ਦੀ, ਗੱਲ ਚੱਲ ਰਹੀ ਹੈ ਚੱਕੇ ਜਾਮ ਦੀ ਕਿ ਰੇਲਵੇ ਲਾਈਨਸ ਨੇ, ਉੱਥੋਂ ਦੇ ਟਰੈਕ ਨੇ ਜਿਹੜੇ, ਉੱਥੇ ਕਿਸਾਨ ਜਥੇਬੰਦੀਆਂ ਬੈਠੀਆਂ ਹੋਈਆਂ ਨੇ, ਟੋਲ ਪਲਾਜ਼ਾ ਨੇ, ਉੱਥੇ ਕਿਸਾਨ ਜਥੇਬੰਦੀਆਂ ਬੈਠੀਆਂ ਹੋਈਆਂ ਨੇ, ਪਿੰਡ ਪੱਧਰ ਤੇ, ਸ਼ਹਿਰ ਪੱਧਰ ਤੇ, ਪੂਰੇ ਪੰਜਾਬ ਭਰ ਦੇ ਵਿੱਚ ਧਰਨੇ ਲਗਾਤਾਰ ਜਾਰੀ ਨੇ। ਪਰ ਇਸ ਦੇ ਵਿੱਚ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਸੰਘਰਸ਼ ਨੇ ਬਣਾਵਾਲਾ ਥਰਮਲ ਪਲਾਂਟ ਦਾ ਧੂੰਆਂ ਕੱਢ ਦਿੱਤਾ, ਕਿਉਂਕਿ ਉੱਥੇ ਪਿਛਲੇ 9 ਦਿਨਾਂ ਤੋਂ ਆਸੇ-ਪਾਸੇ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਧਰਨਾ ਲਗਾਤਾਰ 9 ਦਿਨਾਂ ਤੋਂ ਜਾਰੀ ਹੈ। ਤੇ ਉੱਥੇ ਇੱਕ ਕੋਲੇ ਦੀ ਘਾਟ ਦੇ ਕਾਰਨ ਇੱਕ ਯੂਨਿਟ ਹੈ ਜਿਹੜਾ ਉਹ ਵੀ ਬੰਦ ਕਰ ਦਿੱਤਾ ਗਿਆ। ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 1 ਜਾਂ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਘੋਰ ਹਨੇਰਾ ਛਾ ਜਾਏਗਾ, ਕਿਉਂਕਿ ਕੋਲਾ ਨਹੀਂ ਪਹੁੰਚ ਰਿਹਾ। ਇਸ ਦੇ ਲਈ ਉੱਥੇ ਬਿਜਲੀ ਵੀ ਬਣਨੀ ਬੰਦ ਹੋ ਜਾਵੇਗੀ, ਤਾਂ ਸਾਰੇ ਘਰਾਂ ਦੇ ਵਿੱਚੋਂ ਲਾਈਟ ਚਲੀ ਜਾਵੇਗੀ। ਤਾਂ ਢਿੱਲੋਂ ਸਾਹਿਬ, ਇਹ ਵੀ ਇੱਕ ਵੱਡੀ ਗੱਲ ਬਣੀ ਹੈ ਕਿ ਸਬਜ਼ੀਆਂ ਦੇ ਭਾਵਾਂ ਦੀ ਜੇ ਗੱਲ ਕਰੀਏ ਉਹ ਵੀ ਬਹੁਤ ਜ਼ਿਆਦਾ ਵੱਧ ਗਏ ਨੇ, ਹੈ ਨਾ। ਤੇ ਇਹ ਖਬਰਾਂ ਵੀ ਆ ਰਹੀਆਂ ਨੇ ਕਿ 10-12 ਦਿਨ ਦਾ ਸਟਾਕ ਬਚਿਆ ਡੀਜ਼ਲ ਤੇ ਪੈਟਰੋਲ ਦਾ, ਤੇ ਨਾਲ ਦੀ ਨਾਲ ਇਹ ਕੋਲੇ ਵਾਲੀ ਗੱਲ ਹੈ ਕਿ ਇਸ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਨੂੰ ਵੀ ਨੁਕਸਾਨ ਭੁਗਤਣਾ ਪੈ ਸਕਦਾ ਹੈ? ਹਾਂਜੀ, ਦੇਖੋ ਇਸ ਵੇਲੇ ਸਥਿਤੀ ਬੜੀ ਅਜੀਬ ਕਿਸਮ ਦੀ ਵਾਪਰੀ ਹੋਈ ਹੈ। ਕਿਸਾਨ ਜਥੇਬੰਦੀਆਂ ਰੇਲਵੇ ਟਰੈਕ ਤੇ ਬੈਠੀਆਂ ਨੇ, ਬਾਰਡਰ ਵੀ ਜਿਵੇਂ ਸ਼ੰਭੂ ਆਪਾਂ ਕਹਿੰਦੇ ਆ ਉੱਥੇ ਵੀ ਉਹ ਸੀਲ ਨੇ ਜੀ। ਬਹੁਤ ਸਾਰੀਆਂ ਵਸਤਾਂ ਜਿਹੜੀਆਂ ਨੇ ਉਹ ਦੂਜੇ ਰਾਜਾਂ ਤੋਂ ਦਿੱਲੀ ਹੋ ਕੇ ਪੰਜਾਬ ਪਰਤਦੀਆਂ ਨੇ। ਜੰਮੂ ਕਸ਼ਮੀਰ ਦੀ ਸਥਿਤੀ ਸਾਡੇ ਨਾਲੋਂ ਵੀ ਨਾਜ਼ੁਕ ਹੈ, ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਜੋ ਕੁਝ ਜਾਂਦਾ ਉਹ ਸਾਡੇ ਵਿੱਚ ਦੀ ਹੋ ਕੇ ਜਾਂਦਾ ਹੈ। ਇੱਥੋਂ ਤੱਕ ਹਿਮਾਚਲ ਨੂੰ ਵੀ ਭਾਵੇਂ ਜਿਹੜਾ ਸੜਕੀ ਆਵਾਜਾਈ ਹੈ ਉਹ ਹਰਿਆਣੇ ਵਿੱਚ ਦੀ ਜੁੜੀ ਹੋਈ ਹੈ। ਇਸ ਵੇਲੇ ਜਿਹੜੀ ਸਭ ਤੋਂ ਵੱਧ ਸਥਿਤੀ ਮਾੜੀ ਹੈ ਉਹ ਹੈ ਤਾਪ ਬਿਜਲੀ ਘਰਾਂ ਦੀ ਜੀ। ਬਿਜਲੀ ਦੀ ਮੰਗ ਹੈ ਜਿਹੜੀ 7,000 ਮੈਗਾਵਾਟ ਰਹਿ ਗਈ ਹੈ। ਹੁਣ ਝੋਨਾ ਜਦੋਂ ਕੱਟਿਆ ਜਾਂਦਾ 7,000 ਮੈਗਾਵਾਟ ਹੈ, ਜਦੋਂ ਝੋਨਾ ਲਾਇਆ ਜਾਂਦਾ ਉਦੋਂ 13,500 ਮੈਗਾਵਾਟ ਜਾਂ 14,000 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ। ਲਗਾਤਾਰ ਅੱਜ 10 ਦਿਨ ਹੋ ਗਏ ਨੇ ਕਿ ਕਿਸਾਨਾਂ ਦੇ ਧਰਨੇ ਕਾਰਨ ਜਿਹੜੀਆਂ ਰੇਲਾਂ ਬਿਲਕੁਲ ਠੱਪ ਨੇ, ਤਾਪ ਬਿਜਲੀ ਘਰਾਂ ਦੇ ਕੋਲਾ ਨਹੀਂ ਪਹੁੰਚ ਰਿਹਾ। ਇਸ ਵੇਲੇ ਸਾਰੇ ਹੀ ਤਾਪ ਬਿਜਲੀ ਘਰਾਂ ਕੋਲੇ 3 ਤੋਂ 5 ਦਿਨ ਦਾ ਕੋਲਾ ਰਹਿ ਗਿਆ। ਗੋਇੰਦਵਾਲ ਸਾਹਿਬ ਨਿੱਜੀ ਖੇਤਰ ਦਾ 550 ਮੈਗਾਵਾਟ ਦਾ ਥਰਮਲ ਪਲਾਂਟ ਰਾਤ ਬੰਦ ਹੋ ਗਿਆ। ਉਹਨਾਂ ਦੇ ਕੋਲੇ ਪਰਸੋਂ 4,000 ਮੀਟ੍ਰਿਕ ਟਨ ਕੋਲਾ ਸੀ। 4,000 ਮੀਟ੍ਰਿਕ ਟਨ ਤਕਰੀਬਨ ਉੱਥੇ ਇੱਕ ਦਿਨ ਦੇ ਵਿੱਚ ਖਪਤ ਹੋ ਜਾਂਦਾ ਹੈਗਾ, ਉਹ ਬੰਦ ਹੋ ਗਿਆ ਜੀ। ਇਸੇ ਤਰ੍ਹਾਂ ਜਿਹੜੇ ਦੂਜੇ ਤਾਪ ਬਿਜਲੀ ਘਰ ਨੇ, ਬਣਾਵਾਲੀ ਕੋਲੇ ਇਸ ਵੇਲੇ ਮੇਰਾ ਖਿਆਲ ਆ ਵੀ 3-3.5 ਦਿਨਾਂ ਦਾ ਕੋਲਾ ਬਚਦਾ ਹੈ। ਰਾਜਪੁਰੇ ਦੇ ਕੋਲੇ 4 ਦਿਨ ਦਾ ਬਚਦਾ ਹੈ। ਜਿਹੜੇ ਸਰਕਾਰੀ ਤਾਪ ਬਿਜਲੀ ਘਰ ਨੇ ਲਹਿਰਾ ਮੁਹੱਬਤ ਤੇ ਰੋਪੜ, ਇਹਨਾਂ ਕੋਲੇ ਵੀ ਜਿਹੜਾ ਕੋਲਾ ਹੈਗਾ ਇਹ ਇਸ ਤੋਂ ਘੱਟ ਹੈ। ਜਦੋਂ ਕੋਲਾ
10 ਦਿਨਾਂ ਤੋਂ ਘੱਟ ਖੇਤਰ ਵਿੱਚ ਆ ਜਾਂਦਾ ਹੈ ਤਾਂ ਉਸ ਵੇਲੇ ਫਿਰ ਜਿਹੜੇ ਸੰਕਟ ਵਾਲੇ ਭੰਡਾਰ ਹੁੰਦੇ ਨੇ ਉਹਨਾਂ ਚੋਂ ਕੋਲਾ ਵਰਤਿਆ ਜਾਂਦਾ ਹੈ। ਅੱਜ ਦੀ ਸਥਿਤੀ ਇਹ ਹੈ ਕਿ ਸੰਕਟ ਵਾਲਿਆਂ ਦੇ ਵਿੱਚੋਂ ਵੀ ਇਹ ਕੋਲਾ ਜਿਹੜਾ ਹੈਗਾ ਉਹ ਖਤਮ ਹੋਣਾ ਸ਼ੁਰੂ ਹੋ ਗਿਆ। ਭਾਵ ਤਾਪ ਬਿਜਲੀ ਘਰਾਂ ਦੇ ਪ੍ਰਬੰਧਕਾਂ ਨੇ ਇਹਨਾਂ ਸੰਕਟ ਭੰਡਾਰਾਂ ਨੂੰ ਵੀ ਸੰਨ ਲਾ ਲਈ ਹੈ, ਉਹ ਲਗਾਤਾਰ ਘਟ ਰਿਹਾ ਹੈ। ਤੇ ਜੇ ਕੋਲਾ ਨਾ ਆਇਆ ਤਾਂ ਐਸੇ ਹਫ਼ਤੇ ਦੇ ਵਿੱਚ ਇਹ ਤਾਪ ਬਿਜਲੀ ਘਰ ਬੰਦ ਹੋ ਜਾਣਗੇ। ਤਾਂ ਉਸ ਵੇਲੇ ਸਿਰਫ ਤੇ ਸਿਰਫ ਸਾਡਾ ਪਣ ਬਿਜਲੀ ਪ੍ਰੋਜੈਕਟਾਂ ਜਿਵੇਂ ਰਣਜੀਤ ਸਾਗਰ ਡੈਮ ਹੈ, ਭਾਖੜਾ ਦੇ ਪ੍ਰੋਜੈਕਟ ਨੇ, ਨਹਿਰਾਂ ਤੇ ਲੱਗੇ ਹੋਏ ਨੇ, ਜਾਂ ਨਵਿਆਉਣਯੋਗ ਸਰੋਤਾਂ ਤੇ ਭਾਵ ਸੌਰ ਊਰਜਾ ਹੈ, ਰਹਿੰਦ ਖੂਨ ਤੋਂ ਜਿਹੜੇ ਚੱਲਦੇ ਨੇ ਤਾਪ ਬਿਜਲੀ ਘਰ, ਉਹਨਾਂ ਤੇ ਅਸੀਂ ਨਿਰਭਰ ਹੋ ਕੇ ਰਹਿ ਜਾਵਾਂਗੇ ਔਰ ਇਹ ਖਤਮ ਹੋ ਜਾਵੇਗਾ। ਸੋ ਨਵਦੀਪ, ਅੱਜ ਕਿਸਾਨ ਜਥੇਬੰਦੀਆਂ ਨੇ ਇਸ ਮਾਮਲੇ ਦੇ ਵਿੱਚ ਬਰਨਾਲਾ ਦੇ ਵਿੱਚ ਮੀਟਿੰਗ ਸੱਦੀ ਹੈ। ਦੂਸਰੇ ਪਾਸੇ ਜਿਹੜੀਆਂ ਖਾਦਾਂ ਨੇ, ਕਿਉਂਕਿ ਕਿਸਾਨਾਂ ਨੂੰ ਖਾਦਾਂ ਦੀ ਜ਼ਰੂਰਤ ਹੈ, ਕਣਕ ਦੀ ਬਿਜਾਈ ਵਾਸਤੇ DAP ਦਾ ਜੋ ਭੰਡਾਰ ਚਾਹੀਦਾ ਹੈ ਉਸ ਤੋਂ ਕਿਤੇ ਘੱਟ ਹੈ, ਯੂਰੀਆ ਘੱਟ ਹੈ। ਜੇ ਇਹ ਕੁਛ ਨਾ ਆਇਆ ਤਾਂ ਕਿਸਾਨਾਂ ਦੀ ਦੂਰੀ ਮਾਰ ਪੈ ਜਾਵੇਗੀ। ਇੱਕ ਤਾਂ ਉਹ ਜਿਹੜਾ ਇਹਨਾਂ ਬਿਲਾਂ ਕਰਕੇ ਬੈਠੇ ਨੇ, ਦੂਜਾ ਉਹ ਕਣਕ ਬੀਜਣ ਦੇ ਯੋਗ ਨਹੀਂ ਹੋਣਗੇ। ਇਸ ਕਰਕੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ, ਭਾਵੇਂ ਇੱਕ ਦੋ ਦੀ ਰਾਏ ਵੱਖਰੀ ਹੈ ਵੀ ਸਾਨੂੰ ਨਹੀਂ ਖੋਲ੍ਹਣਾ ਚਾਹੀਦਾ ਹੈ, ਪਰ ਬਹੁ ਗਿਣਤੀ ਕਿਸਾਨ ਜਥੇਬੰਦੀਆਂ ਇਸ ਗੱਲ ਦੀਆਂ ਹਾਮੀ ਨੇ ਕਿ ਜਿਹੜੀਆਂ ਇਹ ਨਿੱਜੀ ਵਸਤਾਂ ਨੇ, ਜਿਹੜੀਆਂ ਖਾਣ ਪੀਣ ਵਾਲੀਆਂ ਜ਼ਰੂਰੀ ਵਸਤਾਂ ਨੇ, ਇਹਨਾਂ ਦੀ ਜਿਹੜੀ ਸਪਲਾਈ ਆ ਉਹ ਬਹਾਲ ਕਰਾ ਦਿੱਤੀ ਜਾਵੇ। ਜਿਸ ਵੇਲੇ ਕੋਲੇ ਦੀ ਗੱਡੀ ਆਵੇ, ਖਾਦ ਦੀ ਗੱਡੀ ਆਵੇ, ਉਸ ਵੇਲੇ ਰੇਲ ਲਾਈਨ ਤੋਂ ਪਾਸੇ ਹੋ ਜਾਵੇ। ਬਾਕੀ ਸਾਰੇ ਮਾਮਲਿਆਂ ਦੀ ਥਾਂ ਦੇ ਉੱਤੇ ਜਿਹੜਾ ਰੇਲਾਂ ਦੇ ਉੱਤੇ ਬੈਠਿਆ ਜਾਵੇ। ਅੱਜ ਇਹਨਾਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਬਰਨਾਲਾ ਦੇ ਵਿੱਚ ਮੀਟਿੰਗ ਹੈ, ਉਹਦੇ ਵਿੱਚੋਂ ਨਿਕਲੇਗਾ ਕਿ ਹੋਵੇਗਾ ਕੀ। ਮੈਨੂੰ ਲੱਗਦਾ ਇਸ ਵੇਲੇ ਜਿਹੜੀ ਤਾਜ਼ਾ ਸਥਿਤੀ ਵਾਪਰਦੀ ਜਾ ਰਹੀ ਹੈ, ਇਹ ਸਥਿਤੀ ਦੇ ਵਿੱਚ ਕੇਂਦਰ ਸਰਕਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਸਰਕਾਰ ਦੇ ਗੱਲ ਦੇ ਵਿੱਚ ਵੀ ਪਾਉਣ ਨੂੰ ਤਿਆਰ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਤੁਸੀਂ ਇੱਕ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦੋ। ਉਹ ਸਪੈਸ਼ਲ ਸੈਸ਼ਨ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿਓ, ਇੱਕ ਅਲਟੀਮੇਟਮ ਦਿੱਤਾ ਸੀ। ਉਹਦੇ ਵਿੱਚ ਹਰ ਤਰ੍ਹਾਂ ਦੀ ਵਾਂਗ ਮੁੱਖ ਮੰਤਰੀ ਸਾਹਿਬ ਦਾ ਫੇਰ ਬਿਆਨ ਆ ਗਿਆ, ਮੈਂ ਕਿਸੇ ਦੇ ਦਬਾਅ ਦੇ ਅੱਗੇ ਸੈਸ਼ਨ ਨਹੀਂ ਬੁਲਾ ਸਕਦਾ। ਇੱਥੇ ਫਿਰ ਲੋਕਾਂ ਦਾ ਇਹ ਗੱਲ ਹੁੰਦੀ ਹੈ, ਬਹੁਤ ਸਾਰਿਆਂ ਨੇ ਦੋਸ਼ ਲਾਏ ਨੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਿਲ ਕੇ ਚੱਲਦੇ ਨੇ। ਉਹ ਕਦਮ ਕਰਦੇ ਨੇ ਜਿਨ੍ਹਾਂ ਦੇ ਨਾਲ ਇੱਕ ਦੂਜੇ ਨੂੰ ਫਾਇਦਾ ਹੋਵੇ। ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਜਦੋਂ ਵਿਧਾਨ ਸਭਾ 2017 ਦੀਆਂ ਹੋਈਆਂ, ਕੰਧ ਤੇ ਲਿਖਿਆ ਪਿਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ 60,000 ਤੋਂ ਵੱਧ ਵੋਟਾਂ ਨਾਲ, 50,000 ਤੋਂ ਵੱਧ ਵੋਟਾਂ ਦੇ ਨਾਲ ਜਿੱਤਣਗੇ, ਤਾਂ ਮੁੱਖ ਮੰਤਰੀ ਸਾਹਿਬ ਉੱਥੇ ਲੈਣ ਕੀ ਗਏ ਲੰਬੀ ਦੇ ਵਿੱਚ। ਇਸੇ ਤਰ੍ਹਾਂ ਭਗਵੰਤ ਮਾਨ ਦੇ ਵਿਰੁੱਧ ਬਿੱਟੂ ਇੱਕ MP ਸੀ, ਉਸ MP ਨੂੰ ਉੱਥੇ ਲਿਜਾਇਆ ਗਿਆ। ਜੇ ਮੰਨ ਲਓ ਕੈਪਟਨ ਅਮਰਿੰਦਰ ਸਿੰਘ ਲੰਬੀ ਜਿੱਤ ਜਾਂਦੇ, ਬਿੱਟੂ ਆਪਣਾ ਉੱਥੋਂ ਜਿਹੜਾ ਇਹਨਾਂ ਦਾ ਸੁਖਬੀਰ ਸਿੰਘ ਹੋਰਾਂ ਦਾ ਹਲਕਾ ਹੈਗਾ ਜਲਾਲਾਬਾਦ, ਉੱਥੋਂ ਜਿੱਤ ਜਾਂਦੇ, ਤਾਂ ਫੇਰ ਦੁਬਾਰਾ ਚੋਣਾਂ ਦੇ ਲੱਖਾਂ ਰੁਪਇਆ ਖਰਚਿਆ ਜਾਂਦਾ। ਮੁੱਖ ਮੰਤਰੀ ਸਾਹਿਬ ਲੰਬੀ ਛੱਡਦੇ ਜਾਂ ਪਟਿਆਲਾ ਛੱਡਦੇ। ਇਹ ਲੋਕ ਜਵਾਬ ਮੰਗਦੇ ਨੇ ਵੀ ਮੁੱਖ ਮੰਤਰੀ ਸਾਹਿਬ ਨੂੰ ਐਡਾ ਕਿਹੜਾ ਹੇਜ ਜਾਗ ਗਿਆ ਸੀ ਜਦੋਂ ਪਤਾ ਮੈਂ ਪਟਿਆਲੇ ਤੋਂ ਜਿੱਤ ਰਿਹਾ, ਉਹ ਲੰਬੀ ਦੇ ਉੱਤੋਂ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਂਦਾ। ਲੋਕ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਵਾਸਤੇ ਇਹਨਾਂ ਕਾਂਗਰਸੀ ਆਗੂਆਂ ਨੇ ਮਿਲ ਕੇ ਪਾਰੀ ਖੇਡੀ। ਅੱਜ ਵੀ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਜੇ ਕਾਂਗਰਸ ਦੀ ਸਰਕਾਰ ਪੰਜਾਬ 'ਚੋਂ ਚਲੀ ਜਾਵੇ ਤਾਂ ਉਹਦਾ ਫਾਇਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੋਵੇ। ਅਸੀਂ ਨਹੀਂ ਕਹਿੰਦੇ, ਰਾਜਸੀ ਪਾਰਟੀਆਂ ਦੇ ਆਗੂ ਦੋਸ਼ ਲਾਉਂਦੇ ਨੇ। ਦੂਜੀ ਚੀਜ਼, ਹੁਣ ਕੈਪਟਨ ਸਾਹਿਬ ਨੇ ਕਹਿਤਾ ਕਿ ਮੈਂ ਕਿਸੇ ਦੇ ਦਬਾਅ ਹੇਠ ਆ ਕੇ ਸੈਸ਼ਨ ਨਹੀਂ ਬੁਲਾਊਂਗਾ, ਮੈਂ ਆਪਣੀ ਮਰਜ਼ੀ ਨਾਲ ਬੁਲਾਊਂਗਾ, ਕਿਉਂਕਿ ਕਰੋਨਾ ਚੱਲ ਰਿਹਾ, ਇਹਦੇ ਵਿੱਚ ਸੈਸ਼ਨ ਸੱਦਿਆ ਨਹੀਂ ਜਾ ਸਕਦਾ। ਇਹ ਰਾਜਸੀ ਆਗੂ ਕੋਈ ਗੱਲ ਕਹਿਣ ਤੋਂ ਪਹਿਲਾਂ ਸੋਚਦੇ ਕਿਉਂ ਨਹੀਂ? ਆ ਜਿਹੜਾ ਤੁਸੀਂ ਬੱਧਨੀ ਕਲਾਂ ਤੋਂ ਸ਼ੁਰੂ ਕਰਕੇ ਰੈਲੀਆਂ ਦੇ ਵਿੱਚ 2-2 ਰੈਲੀਆਂ ਰੋਜ਼ ਕੀਤੀਆਂ ਨੇ, ਇਹਨਾਂ ਦੇ ਵਿੱਚ ਧਮੱਚੜ ਪਾਇਆ, 10-10 ਹਜ਼ਾਰ ਬੰਦਾ ਇਕੱਠਾ ਕੀਤਾ, ਉਸ ਵੇਲੇ ਕਰੋਨਾ ਨਜ਼ਰ ਨਹੀਂ ਆਉਂਦਾ ਸੀ। 117 ਵਿਧਾਨ ਸਭਾ ਹਲਕਿਆਂ 'ਚੋਂ 117 ਬੰਦਿਆਂ ਨੇ ਜਾਣਾ, ਜਾਂ ਵੱਧ ਤੋਂ ਵੱਧ 200 ਬੰਦੇ ਹੋ ਜਾਣਗੇ ਸਿਰੇ ਮੀਡੀਆ ਰਲਾ ਕੇ, ਤਾਂ 200 ਬੰਦਿਆਂ 'ਚ ਤਾਂ ਕਰੋਨਾ ਤੁਹਾਨੂੰ ਨਜ਼ਰ ਆ ਰਿਹਾ ਹੈ। ਤੇ ਜਿਹੜੀਆਂ ਇਹ ਰੈਲੀਆਂ ਸਿਆਸਤ ਵਾਲੀਆਂ ਤੁਸੀਂ ਕੀਤੀਆਂ, ਜਿਹਦੇ ਵਿੱਚ ਤੁਹਾਡਾ ਮੰਤਰੀ ਵੀ ਇੱਕ ਕਰੋਨਾ ਪੋਜ਼ਿਟਿਵ ਆ ਗਿਆ, ਤੁਹਾਡਾ ਟੈਸਟ ਵੀ ਕਰਾਇਆ ਗਿਆ, ਪਰਮਾਤਮਾ ਨੇ ਕਿਰਪਾ ਕੀਤੀ, ਤੁਹਾਡਾ ਨੈਗੇਟਿਵ ਆਇਆ। ਸਾਰੇ ਬੰਦੇ ਦੁਆ ਕਰਦੇ ਆ, ਅਰਦਾਸ ਕਰਦੇ ਆ ਕਿ ਸਾਡੇ ਆਗੂਆਂ ਨੂੰ ਇਹ ਨਾ ਹੋਵੇ। ਪਰ
ਕਈ ਸਿਆਸੀ ਆਗੂ ਆਪਣੀਆਂ ਤਕਰੀਰਾਂ 'ਚ ਕਹਿੰਦੇ ਨੇ ਕਿ ਕਰੋਨਾ ਇਹਨਾਂ ਤੇ ਹਮਲਾ ਕਰੇ, ਜਿਹੜਾ ਇਹਨਾਂ ਨੇ ਮੁਲਕ ਨੂੰ ਜਾਂ ਰਾਜ ਨੂੰ ਲੁੱਟ ਲਿਆ ਨਾ, ਉਹ ਇਹਨਾਂ ਨੂੰ ਸਜ਼ਾ ਦੇਵੇ ਇਸ ਵੇਲੇ। ਸੋ ਇਹ ਇੱਕ ਹਾਸੋਹੀਣਾ ਤਰਕ ਦੇਣਾ ਕੈਪਟਨ ਸਾਹਿਬ ਦਾ। ਜੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਨੂੰ ਛੱਡ ਕੇ ਪੰਜਾਬ ਸਰਕਾਰ ਵਾਲੇ ਪਾਸੇ ਨੂੰ ਆਪਣੀ ਤੋਪ ਦਾ ਮੂੰਹ ਕਰ ਲਿਆ, ਤਾਂ ਜਿਵੇਂ ਅੱਜ ਸੁਖਬੀਰ ਸਿੰਘ ਬਾਦਲ ਸਮੇਂ ਸਿਰ ਕੇਂਦਰੀ ਵਜ਼ੀਰੀ ਨਾ ਛੱਡ ਕੇ ਜੋ ਨੀਤੀ ਉਹਨਾਂ ਨੇ ਅਪਣਾਈ, ਜੋ ਦੰਦਾਂ ਨਾਲ ਗੰਢਾਂ ਦਿੱਤੀਆਂ, ਜੋ ਹੱਥਾਂ ਨਾਲ ਗੰਢਾਂ ਦਿੱਤੀਆਂ, ਜੋ ਉਹਨਾਂ ਨੂੰ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਇਹ ਕਿਸਾਨ ਸੰਘਰਸ਼ ਦਾ ਮੂੰਹ ਤੁਹਾਡੇ ਵਾਲੇ ਪਾਸੇ ਨੂੰ ਵੀ ਹੋ ਸਕਦਾ ਹੈ। ਫਿਰ ਤੁਹਾਨੂੰ ਵੀ ਉਸੇ ਥਾਂ ਤੇ ਲੈ ਜਾਣਗੇ ਜਿੱਥੇ ਅੱਜ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਖੜੀ ਹੈ। ਜੀ ਬਿਲਕੁਲ। ਤੇ ਆਪਾਂ ਪੰਜਾਬ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਹਰਿਆਣਾ ਦੇ ਵਿੱਚ ਵੀ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ। ਦੁਸ਼ਯੰਤ ਚੌਟਾਲਾ ਦੇ ਘਰ ਦਾ ਘਿਰਾਓ ਕਰਨ ਗਏ ਕਿਸਾਨਾਂ ਤੇ ਪਾਣੀ ਦੀਆਂ ਬੁਛਾਰਾਂ ਕੀਤੀਆਂ ਗਈਆਂ, ਲਾਠੀ ਚਾਰਜ ਕੀਤਾ ਗਿਆ। ਮਤਲਬ ਉੱਥੇ ਵੀ ਅਸੀਂ ਕਹਿ ਸਕਦੇ ਹਾਂ ਕਿ ਇਸ ਦੇ ਰੋਸ ਵਜੋਂ ਕਿ ਉਹਨਾਂ ਨੇ ਵੀ ਇਹਨਾਂ ਦੀ ਗੱਲ ਨਹੀਂ ਸੁਣੀ, ਤਾਂ ਹਰਿਆਣੇ ਦੇ ਵਿੱਚ ਵੀ ਕਈ ਜਗ੍ਹਾ ਤੇ ਪ੍ਰੋਪਰ ਸੰਘਰਸ਼ ਦੇ ਲਈ ਕਿਸਾਨ ਜਥੇਬੰਦੀਆਂ ਉਤਰ ਆਈਆਂ ਨੇ ਤੇ ਉਹਨਾਂ ਵੱਲੋਂ ਵੀ ਪੱਕੇ ਮੋਰਚੇ ਉੱਥੇ ਲਾਏ ਗਏ ਨੇ। ਦੇਖੋ, ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦਾ ਅਸਰ ਹੈ ਨਵਦੀਪ, ਉਹ ਸਭ ਤੋਂ ਵੱਧ ਪੰਜਾਬ ਹਰਿਆਣਾ ਤੇ ਪੈਂਦਾ, ਕੁਛ ਏਰੀਆ ਯੂਪੀ ਦਾ ਹੈਗਾ। ਅੱਜ ਕਿਸਾਨ ਜਥੇਬੰਦੀਆਂ ਉੱਥੇ ਵੀ ਕਹਿ ਰਹੀਆਂ ਨੇ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਦਾ ਮਸੀਹਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਦਾ ਹੈ, ਉਹਨਾਂ ਨੇ ਕਿਸਾਨਾਂ ਲਈ ਕੋਈ ਕੀਤਾ ਜਾਂ ਨਹੀਂ ਕੀਤਾ, ਇਹ ਤਾਂ ਇੱਕ ਵੱਖਰਾ ਬਹਿਸ ਦਾ ਇਸ਼ੂ ਹੈ। ਪਰ ਇਹ ਕਿਹਾ ਉਹਨਾਂ ਨੂੰ ਜਾਂਦਾ ਕਿ ਉਹ ਕਿਸਾਨਾਂ ਦੇ ਮਸੀਹਾ ਸੀ, ਆਪਣੇ ਆਪ ਨੂੰ ਉਹ ਦਾਅਵਾ ਵੀ ਕਰਦੇ ਨੇ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਕਿਸਾਨਾਂ ਦਾ ਮਸੀਹਾ ਚੌਧਰੀ ਦੇਵੀ ਲਾਲ ਦੇ ਪਰਿਵਾਰ ਨੂੰ ਕੀਤਾ ਜਾਂਦਾ ਹੈ। ਅੱਜ ਉਹਨਾਂ ਦਾ ਪੜਪੋਤਾ ਦੁਸ਼ਯੰਤ ਚੌਟਾਲਾ ਖੱਟੜ ਸਾਹਿਬ ਦੀ ਸਰਕਾਰ ਦੇ ਵਿੱਚ ਭਾਈਵਾਲ ਹੈ। ਅਜਿਹੀ ਸਥਿਤੀ ਦੇ ਵਿੱਚ ਜਿਹੜਾ ਖੱਟੜ ਸਾਹਿਬ ਦੇ ਨਾਲ ਭਾਈਵਾਲ, ਉਹ ਕਿਸਾਨ ਕਹਿੰਦੇ ਨੇ ਉੱਥੋਂ ਦੇ ਵੀ ਤੂੰ ਜੇ ਜਿੱਤਿਆਂਗਾ ਸਾਡੀਆਂ ਵੋਟਾਂ ਲੈ ਕੇ ਜਿੱਤਿਆ। ਅੱਜ ਦੁਸ਼ਯੰਤ ਚੌਟਾਲੇ ਵਾਸਤੇ ਮੌਕਾ ਪ੍ਰਸਤ ਦੀ ਰਾਜਨੀਤੀ ਜਾਂ ਦੂਰਅੰਦੇਸ਼ੀ ਦੀ ਰਾਜਨੀਤੀ, ਇਹਦੇ ਬਾਰੇ ਫੈਸਲਾ ਕਰਨ ਦਾ ਮੌਕਾ ਹੈਗਾ। ਜਿਵੇਂ ਕਿਸਾਨਾਂ ਦਾ ਸੰਘਰਸ਼, ਕਿਸਾਨਾਂ ਤੇ ਲਾਠੀ ਚਾਰਜ ਹੋਇਆ, ਜਿਹੜਾ ਕੱਲ 2 ਘੰਟੇ ਦਾ ਕਿਸਾਨਾਂ ਨੇ ਇੱਥੇ ਸੱਦਾ ਦਿੱਤਾ ਆਵਾਜਾਈ ਰੋਕਣ ਦਾ, ਉਹ ਵੀ ਹਰਿਆਣਾ ਦੇ ਕਿਸਾਨਾਂ ਤੇ ਜੋ ਲਾਠੀ ਚਾਰਜ ਹੋਇਆ ਉਹਦੇ ਵਿਰੋਧ ਦੇ ਵਿੱਚ ਸੀ ਜੀ। ਉੱਥੇ ਸੰਘਰਸ਼ ਪੰਜਾਬ ਦੇ ਨਾਲੋਂ ਹੋਰ ਤਿੱਖਾ ਵੱਧਦਾ ਜਾਂਦਾ ਹੈ। ਉਹਨਾਂ ਨੇ ਦੁਸ਼ਯੰਤ ਚੌਟਾਲੇ ਨੂੰ 6 ਅਕਤੂਬਰ ਤੱਕ ਦਾ ਸਮਾਂ ਦਿੱਤਾ ਸੀ, ਔਰ 6 ਅਕਤੂਬਰ ਨੂੰ ਜਦੋਂ ਕਿਸਾਨ ਉੱਥੇ ਆਏ ਤਾਂ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ, ਉਹਨਾਂ ਤੇ ਕੇਸ ਬਣਾਏ ਗਏ। ਉਹ ਕਿਸਾਨਾਂ ਦਾ ਸੰਘਰਸ਼ ਹੋਰ ਤੇਜ਼ੀ ਨਾਲ ਉੱਥੇ ਵੱਧਦਾ ਜਾ ਰਿਹਾ ਹੈ। ਜੇ ਦੁਸ਼ਯੰਤ ਚੌਟਾਲੇ ਨੇ ਸਮੇਂ ਸਿਰ ਫੈਸਲਾ ਨਾ ਕੀਤਾ ਤਾਂ ਉਹਨਾਂ ਤੇ ਵੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਵਕਤੋਂ ਖੁੰਝੀ ਡੂਮਣੀ ਗਾਵੇ ਵਾਲਾ ਪਤਾਲ ਵਾਲਾ ਸਟੇਜ ਦੇ ਉੱਤੇ ਬੈਠਾ ਹੈ, ਉੱਥੇ ਵੀ ਦੁਸ਼ਯੰਤ ਚੌਟਾਲੇ ਦੇ ਨਾਲ ਉਹੀ ਕੁਝ ਵਾਪਰੇਗਾ। ਉਹ ਖੱਟੜ ਸਰਕਾਰ ਦੇ ਵਿੱਚ ਜਿਹੜੇ 4 ਸਾਲ ਰਹਿੰਦੇ ਆ, ਇਹ ਤਾਂ ਆਪਣਾ ਸੱਤਾ ਦਾ ਸੁੱਖ ਭੋਗ ਸਕਦੇ ਆ, ਪਰ ਜਦੋਂ ਇਹੀ ਚੀਜ਼ ਅਗਲੇ ਸਮੇਂ ਦੇ ਵਿੱਚ ਆਈ, ਦੁਬਾਰਾ ਚੋਣਾਂ ਉੱਥੇ ਆਈਆਂ, ਜੇ ਕਿਸਾਨੀ ਦੀ ਵੋਟ ਚੌਟਾਲਾ ਪਰਿਵਾਰ ਦੇ ਖਿਲਾਫ ਭੁਗਤ ਗਈ ਤਾਂ ਉਹਨਾਂ ਦੇ ਪੈਰ ਨਹੀਂ ਲੱਗਣੇ। ਦੂਜੀਆਂ ਰਾਜਸੀ ਤਰ੍ਹਾਂ ਉਸ ਦਾ ਫਾਇਦਾ ਉਠਾ ਰਹਿਣਗੀਆਂ, ਔਰ ਦੁਸ਼ਯੰਤ ਚੌਟਾਲਾ ਦੀ ਭਵਿੱਖ ਦੀ ਰਾਜਨੀਤੀ ਦੇ ਉੱਤੇ ਇੱਕ ਬਰਾਮ ਲੱਗ ਜਾਏਗਾ। ਉਹਨਾਂ ਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਦੂਰਅੰਦੇਸ਼ੀ ਦੀ ਰਾਜਨੀਤੀ ਕਰਨੀ ਹੈ ਜਾਂ ਮੌਕਾ ਪ੍ਰਸਤੀ ਦੀ ਰਾਜਨੀਤੀ ਦੇ ਉੱਤੇ 4 ਸਾਲ ਸੱਤਾ ਦਾ ਸੁੱਖ ਜਿਹੜਾ ਹੈਗਾ ਭੋਗਣੇ। ਜੀ ਬਿਲਕੁਲ। ਤੇ ਇਹ ਸੀ ਕਿਸਾਨਾਂ ਦੀ ਗੱਲ, ਇਹ ਸੀ ਸੰਘਰਸ਼ ਦੀ ਗੱਲ। ਤੇ ਹੁਣ ਜੇ ਅਸੀਂ ਵਧਾਂਗੇ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਮੁੱਦਾ ਗਰਮਾਇਆ ਹੋਇਆ 328 ਪਾਵਨ ਸਰੂਪ ਮਾਮਲਿਆਂ ਦਾ, ਤੇ ਉਸ ਤੇ ਵੀ ਗੱਲਬਾਤ ਕਰਨੀ ਬਣਦੀ ਹੈ, ਕਿਉਂਕਿ ਉੱਥੇ ਵੀ ਕਮੇਟੀਆਂ ਨੇ ਲਗਾਤਾਰ ਧਰਨੇ ਤੇ ਬੈਠੀਆਂ ਹੋਈਆਂ ਨੇ, ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਨੇ ਕਿ ਆਖਿਰਕਾਰ ਉਹ ਲਾਪਤਾ ਸਰੂਪ ਗਏ ਤਾਂ ਗਏ ਕਿੱਥੇ। ਪਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ, ਉਹਨਾਂ ਨੂੰ ਸਜ਼ਾ ਲਗਾਈ ਗਈ ਤੇ ਨਾਲ ਦੀ ਨਾਲ ਜਿਹੜੀ ਇਸ ਦੀ ਬਣਦੀ ਜਿਹੜਾ ਵੀ ਪ੍ਰਬੰਧਕ ਢਾਂਚਾ ਸੀਗਾ, ਉਹਨਾਂ ਦੇ ਜਿਹੜੇ ਮੈਂਬਰ ਸੀਗੇ, ਜਿਹੜੇ ਸਜ਼ਾ ਦੇ ਲਈ ਉਹਨਾਂ ਸਭ ਨੂੰ ਉੱਥੇ ਇਕੱਤਰ ਕੀਤਾ ਗਿਆ ਸੀ, ਸਭ ਨੂੰ ਉਹ ਸਾਰਿਆਂ ਨੂੰ ਸਜ਼ਾ ਦਿੱਤੀ ਗਈ ਹੈ ਤੇ ਉਹਨਾਂ ਦੀ ਸਜ਼ਾ ਦਾ ਜਿਹੜਾ ਪੀਰੀਅਡ ਹੈ ਉਹ ਵੀ ਸ਼ੁਰੂ ਹੋ ਚੁੱਕਿਆ ਹੈ। ਪਰ ਇਸੇ ਦੇ ਦੌਰਾਨ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਗੱਲ ਵੀ ਕਹੀ ਗਈ ਸੀ ਕਿ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜਦੋਂ ਤੋਂ ਉਹਨਾਂ ਦੀ ਸਜ਼ਾ ਦਾ ਪੀਰੀਅਡ ਸ਼ੁਰੂ ਹੋ ਜਾਵੇਗਾ ਤੇ ਸਜ਼ਾ ਦਾ ਪੀਰੀਅਡ ਖਤਮ ਨਹੀਂ ਹੁੰਦਾ, ਉਦੋਂ ਤੱਕ ਉਹ ਕੋਈ ਵੀ ਸਿਆਸੀ ਬਿਆਨ ਨਹੀਂ ਦੇਣਗੇ। ਤੇ ਨਾਲ ਦੀ ਨਾਲ ਇਹ ਗੱਲ ਵੀ ਕਹੀ ਗਈ ਸੀ ਕਿ ਕਿਸੇ ਵੀ ਸਮਾਗਮ ਦਾ ਹਿੱਸਾ ਨਹੀਂ ਬਣਨਗੇ। ਪਰ ਇਸੇ ਦੇ ਦੌਰਾਨ
ਦੌਰਾਨ ਜਿੰਦਾ ਸੁੱਖਾ ਦੀ ਬਰਸੀ ਦੇ ਸਮਾਗਮ ਦੇ ਮੌਕੇ ਤੇ ਗੋਬਿੰਦ ਸਿੰਘ ਲੌਂਗੋਵਾਲ ਪਹੁੰਚੇ ਤੇ ਉਸ ਦੇ ਦੌਰਾਨ ਹੀ ਉਹਨਾਂ ਦੀ ਜਿਹੜੀ ਹੈਗੀ ਆ ਪ੍ਰੋੜਤਾ ਹੋਣੀ ਸ਼ੁਰੂ ਹੋ ਗਈ ਤੇ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਤਨਖਾਹ ਦੀ ਉਲੰਘਣਾ ਕੀਤੀ ਆ। ਇਸ ਦੇ ਦੌਰਾਨ ਵੀ ਬਹੁਤ ਸਾਰੀਆਂ ਜਿਹੜੇ ਲੋਕ ਨੇ ਉਹਨਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ। ਢਿੱਲੋਂ ਸਾਹਿਬ, ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ? ਨਵਦੀਪ ਜੀ, ਜਿਹੜੇ ਇਹ ਲੋਕ ਨੇ ਪੈਰ ਤੇ ਸਿਆਸਤ ਕਰਕੇ ਝੂਠ ਬੋਲਦੇ ਨੇ। ਉਹ ਲੋਕ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਹਾਜ਼ਰੀ ਦੇ ਵਿੱਚ ਖੜ ਕੇ ਝੂਠ ਬੋਲਣ, ਉਹਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਬਿਲਕੁਲ। ਇਹ ਲੌਂਗੋਵਾਲ ਸਾਹਿਬ ਤਾਂ ਉਹ ਬੰਦੇ ਨੇ ਜਿਹੜੇ ਸਿੱਖ ਮਰਾਇਤ ਮਰਿਆਦਾ ਦੇ ਉਲਟ ਇੱਕ ਸਾਧ ਦੇ ਡੇਰੇ ਦੇ ਉੱਤੇ ਵੋਟਾਂ ਮੰਗਣ ਵਾਸਤੇ ਗਏ। ਸਿੱਖ ਕੌਮ ਦੇ ਵਿੱਚ ਗਰਾਵਟੀ ਇਸ ਗੱਲ ਦੀ ਆ ਰਹੀ ਹੈ ਕਿ ਜਿਹੜੇ ਅੱਜ ਆਗੂ ਆਪਣੇ ਆਪ ਨੂੰ ਅਖੌਤੀ ਰੂਪ ਦੇ ਵਿੱਚ ਕਾਬਜ ਹੋਏ ਬੈਠੇ ਨੇ, ਉਹ ਸਿੱਖ ਰਹਿਤ ਮਰਿਆਦਾ ਤੋਂ ਕੋਹਾਂ ਦੂਰ ਨੇ। ਸਿੱਖਾਂ ਦਾ ਜਿੰਨੇ ਵੀ ਕੰਮ ਨੇ ਉਹਨਾਂ ਦੇ ਉੱਤੇ ਖਰੇ ਨਹੀਂ ਉਤਰਦੇ ਹੈਗੇ। ਗੱਲ ਕੀ ਹੈ ਕਿ ਜਥੇਦਾਰ ਸਾਹਿਬ ਨੇ ਕਿਹਾ, ਅਜੇ ਤਾਂ 4 ਦਿਨਾਂ ਦੀ ਗੱਲ ਹੀ ਹੈ, ਤਾਂ ਵੀ ਇਹਨਾਂ ਨੇ ਉਦੋਂ ਤੱਕ ਜਿਹੜਾ ਸਰਕਾਰ ਕਿਸੇ ਵੀ ਸਮਾਗਮਾਂ, ਜਨਤਕ ਸਮਾਗਮਾਂ ਦੇ ਵਿੱਚ ਇਹ ਭਾਗ ਨਹੀਂ ਲੈ ਲੈਣਗੇ। ਉਹਦੀ ਦੂਜੀ ਰੂਪਰੇਖਾ ਤਿਆਰ ਕਰਕੇ ਲੌਂਗੋਵਾਲ ਸਾਹਿਬ ਨੇ ਬੋਲਤੀ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਜਨਤਕ ਸਮਾਗਮਾਂ ਦੇ ਵਿੱਚ ਭਾਸ਼ਣ ਨਹੀਂ ਦੇਣਗੇ। ਜਿਹੜਾ ਪ੍ਰਧਾਨ ਇਹ ਕਹਿ ਸਕਦਾ, ਇੱਕ ਪਾਸੇ ਜਥੇਦਾਰ ਸਾਹਿਬ ਨੇ ਕਿਹਾ ਹੋਵੇ ਕਿ ਆਹ ਦੋਸ਼ੀ ਐਲਾਨੇ ਗਏ ਨੇ, ਇਹਨਾਂ ਦੀ ਜਾਂਚ ਕਰਾਈ ਜਾਵੇ। 5 ਸਤੰਬਰ ਨੂੰ ਉਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਕਹਿ ਦੇਵੇ ਕਿ ਕੋਈ ਸਰੂਪ, ਮੇਰੇ ਵਿਸ਼ਵਾਸ ਕਰੋ ਜੀ, ਕੋਈ ਸਰੂਪ ਉੱਥੇ ਗੁੰਮ ਹੀ ਨਹੀਂ ਹੋਇਆ, ਫਿਰ ਇਹਦੀ ਜਾਂਚ ਕਾਹਦੀ? ਤੇ ਫਿਰ ਜਾਂਚ ਦਿੱਤੀ ਕਾਹਦੇ ਵਾਸਤੇ ਸੀਗੀ? ਜੇ ਸਰੂਪ ਗੁੰਮ ਹੀ ਨਹੀਂ ਹੋਇਆ ਸੀ ਤਾਂ ਪਹਿਲਾਂ ਇੱਕ ਜੱਜ, ਜਿਹੜੀ ਰਿਟਾਇਰਡ ਜੱਜ ਆ, ਨਵਤਾ ਸਿੰਘ ਨੂੰ ਲਿਆਂਦਾ, ਉਹਦੇ ਨਾਲ ਜਿਹੜੇ ਭਾਈ ਈਸ਼ਰ ਸਿੰਘ ਹੋਰੀ ਨੇ ਉਹਨਾਂ ਨੂੰ ਲਾਇਆ ਗਿਆ। ਨਵਤਾ ਸਿੰਘ ਛੱਡ ਗਈ, ਈਸ਼ਰ ਸਿੰਘ ਨੇ ਜਾਂਚ ਕਰਤੀ, ਜਾਂਚ ਕਰਕੇ ਰਿਪੋਰਟ ਦੇਤੀ। ਤੇ ਜਦੋਂ ਰਿਪੋਰਟ ਦੇਤੀ, ਰਿਪੋਰਟ ਤੋਂ ਬਾਅਦ ਤੂੰ ਕਹਿ ਰਿਹਾ ਹੈਗਾ ਕਿ ਉੱਥੇ ਕੋਈ ਸਰੂਪ ਗੁੰਮ ਹੀ ਨਹੀਂ ਹੋਇਆ। ਇਹਨਾਂ ਤੇ ਕੋਈ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦੀ ਪੋਜੀਸ਼ਨ ਵੀ ਇਹਨਾਂ ਨੇ ਬਹੁਤ ਹਾਸੋਹੀਣੀ ਕਰਤੀ ਹੈ, ਕਿਉਂਕਿ ਇਹਨਾਂ ਸਾਰਿਆਂ ਦੀ, ਜਿਵੇਂ ਤੁਸੀਂ ਦੇਖਿਆ ਨਾ, ਇੱਕ ਕਠਪੁਤਲੀਆਂ ਨਚਾਉਂਦੇ ਹੁੰਦੇ ਸੀ ਸਕੂਲਾਂ ਦੇ ਵਿੱਚ ਆ ਕੇ, ਕਠਪੁਤਲੀ ਥੱਲੇ ਨੱਚਦੀ, ਧਾਗੇ ਨਾਲ ਉਹਨਾਂ ਦਾ ਰਿਮੋਟ ਕਿਤੇ ਹੋਰ ਹੁੰਦਾ ਸੀ। ਇਸੇ ਤਰ੍ਹਾਂ ਇਹ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਰਿਮੋਟ ਬਠਿੰਡੇ ਜ਼ਿਲ੍ਹੇ ਦੇ ਨੇੜੇ ਕਿਸੇ ਹੋਰ ਪਿੰਡ ਦੇ ਵਿੱਚ ਹੈ, ਉੱਥੋਂ ਇਹਨਾਂ ਦੀ ਡੋਰ ਹਿਲਦੀ ਆ, ਉਹਦੇ ਮੁਤਾਬਕ ਇਹ ਰਾਗ ਆਪਣਾ ਲਾਪਦੇ ਨੇ ਤੇ ਆਪਣੇ ਨਾਚ ਦਿਖਾਉਂਦੇ ਨੇ। ਜਦੋਂ ਤੱਕ ਉਹ ਦੂਰ ਨਹੀਂ ਹੁੰਦਾ, ਉਦੋਂ ਤੱਕ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿਣਗੇ। ਇਹਨਾਂ ਤੋਂ ਆਸ ਨਹੀਂ ਰੱਖੀ ਜਾਈ ਸਕਦੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਵਾਸਤੇ ਕੇਂਦਰ ਸਰਕਾਰ ਨੇ ਸ਼੍ਰੀ ਸਾਰੋਂ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਕਮਿਸ਼ਨ ਦਾ ਚੇਅਰਮੈਨ ਬਣਾਤਾ, ਔਰ ਆਸ ਕੀਤੀ ਜਾ ਸਕਦੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਸਾਰੋਂ ਸਾਹਿਬ ਇਸ ਮਾਮਲੇ ਦੇ ਵਿੱਚ ਜਿਹੜਾ ਚੋਣਾਂ ਕਿਵੇਂ ਕਰਾਉਣੀਆਂ ਨੇ ਉਹ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਕੀ ਸਾਰੀਆਂ ਰਾਜਸੀ ਧਿਰਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇੱਕ ਪਰਿਵਾਰ ਦਾ ਕਬਜ਼ਾ ਹੈ, ਕੀ ਉਹ ਇਕਜੁੱਟਤਾ ਦੇ ਨਾਲ ਇਹਨਾਂ ਨੂੰ ਉਸ ਕਬਜ਼ਾ ਮੁਕਤ ਕਰਨ 'ਚ ਸਫਲ ਹੁੰਦੀਆਂ ਨੇ, ਜਾਂ ਇਸੇ ਤਰ੍ਹਾਂ ਆਪਦੇ ਰਾਗ ਅਲਾਪੀ ਜਾਣਗੀਆਂ? ਔਰ ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਇਸ ਵਾਰ ਸਹਿਜਧਾਰੀਆਂ ਦੀ ਥਾਂ ਦੇ ਉੱਤੇ ਸਿਰਫ ਤੇ ਸਿਰਫ ਜਿਹੜੇ ਸਿੱਖ ਉਹ ਵੋਟਾਂ ਪਾਉਣਗੇ। ਜਿਹੜੇ ਰੋਮਾਂ ਦੀ ਬੇਅਦਬੀ ਕਰਦੇ ਨੇ, ਭਾਵੇਂ ਔਰਤਾਂ ਨੇ ਭਾਵੇਂ ਮਰਦ ਨੇ, ਉਹ ਇਹਦੇ ਵਿੱਚ ਵੋਟਾਂ ਨਹੀਂ ਪਾ ਸਕਦੇ। ਜਿਵੇਂ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਲੰਬੀ ਹਲਕੇ ਦੇ ਵਿੱਚ ਹਰਿਆਣਾ ਤੇ ਰਾਜਸਥਾਨ ਤੋਂ ਮੁੰਨੇ ਘੋਨੇ ਲਿਆ ਕੇ ਜਿਵੇਂ ਵੋਟਾਂ ਪਾਈਆਂ ਗਈਆਂ ਸੀ, ਉਹ ਨਹੀਂ ਹੋਵੇ, ਕਿਉਂਕਿ ਵੋਟਰ ਸੂਚੀਆਂ ਦੇ ਉੱਤੇ ਵੋਟਰ ਦੀ ਫੋਟੋ ਨਾਲ ਛਪਣੀ ਹੈ। ਜੀ ਬਿਲਕੁਲ। ਤੇ ਇਸੇ ਦੇ ਦੌਰਾਨ ਹੀ ਅਕਾਲੀ ਦਲ ਟਕਸਾਲੀ ਵੱਲੋਂ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਪੰਜਾਬੀਓ, ਇਸ ਵਾਰ ਤੁਸੀਂ ਪਿੱਛੇ ਨਹੀਂ ਹਟਣਾ ਕਿ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਤੁਸੀਂ ਹਿੱਸਾ ਜ਼ਰੂਰ ਲੈਣਾ ਹੈ, ਕਿਉਂਕਿ ਇੱਕ ਸਪੈਸ਼ਲ ਧਿਰ, ਇੱਕ ਸਿਆਸੀ ਪਾਰਟੀ ਤੋਂ ਅਸੀਂ ਆਪਣੇ ਪੰਥ ਨੂੰ ਬਚਾਉਣਾ, ਇਸ ਦੇ ਲਈ ਤੁਹਾਡਾ ਸਾਥ ਹੈ ਜਿਹੜਾ ਉਹ ਜ਼ਰੂਰੀ ਚਾਹੀਦਾ ਹੈ। ਬਿਲਕੁਲ ਠੀਕ ਕਹਿ ਰਹੇ ਨੇ ਜੀ ਉਹ ਕਿ ਜਿਹੜੀਆਂ ਅਕਾਲੀ ਦਲ ਬਾਦਲ ਨੂੰ ਛੱਡ ਕੇ ਬਾਕੀ ਸਿਆਸੀ ਧਿਰਾਂ ਨੇ, ਜੇ ਭਾਰਤੀ ਜਨਤਾ ਪਾਰਟੀ ਸਹੀ ਰੂਪ ਦੇ ਵਿੱਚ ਇਹਨਾਂ ਤੋਂ ਵੱਖਰੀ ਹੋਈ ਹੈ ਜੀ, ਤਾਂ ਲੱਗਦਾ ਇਹ ਹੈ ਕਿ ਉਹਨਾਂ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਹੈ ਉਹ ਉਹਨਾਂ ਰਾਜਸੀ ਪਾਰਟੀਆਂ ਦੇ ਥਰੂ ਇਹ ਚੋਣਾਂ ਲੜਾਏਗੀ। ਉਹਦੇ ਵਾਸਤੇ ਫੂਲਕਾ ਸਾਹਿਬ, ਅਕਾਲੀ ਦਲ ਟਕਸਾਲੀ ਬ੍ਰਹਮਪੁਰਾ ਸਾਹਿਬ ਦਾ ਜੀ, ਅਕਾਲੀ ਦਲ ਡੈਮੋਕ੍ਰੈਟਿਕ ਸੁਖਦੇਵ ਸਿੰਘ ਢੀਂਡਸਾ ਜੀ ਦਾ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ, ਜਿਹੜੇ ਫੂਲਕਾ ਸਾਹਿਬ ਨੇ, ਉਹ ਸਾਰੇ ਇਹ ਰਲ ਕੇ ਕਿਹਾ ਜਾ ਰਿਹਾ ਹੈ ਕਿ ਅਸੀਂ ਇੱਕ ਮੰਚ ਬਣਾ ਕੇ ਸਾਂਝੇ ਮੰਚ ਦੇ ਉੱਤੋਂ ਲੜਾਂਗੇ, ਵੱਖਰਾ ਵੱਖਰਾ ਨਹੀਂ ਲੜਦੇ। ਜੇ ਸਾਂਝਾ ਮੰਚ ਬਣਾ ਕੇ ਇਹਨਾਂ ਨੇ ਲੜ ਲਿਆ ਤਾਂ ਨਤੀਜੇ ਸ਼੍ਰੋਮਣੀ ਕਮੇਟੀ ਦੇ ਬਦਲੇ ਵੀ ਜਾ ਸਕਦੇ ਹੈ। ਤੇ ਜਿਹੜੀ
ਇਸ ਵੇਲੇ ਇੱਕ ਪਰਿਵਾਰ ਦੀ ਰਾਜਨੀਤੀ ਸ਼੍ਰੋਮਣੀ ਕਮੇਟੀ ਤੇ ਭਾਰੂ ਹੋਈ ਹੈ, ਉਸ ਤੋਂ ਛੁਟਕਾਰਾ ਵੀ ਅਗਲੇ ਸਮੇਂ ਵਿੱਚ ਮਿਲ ਸਕਦਾ ਹੈ ਜੀ। ਤੇ ਇਸ ਨੂੰ ਲੈ ਕੇ ਹੀ ਜਾਂਦੇ ਜਾਂਦੇ ਇੱਕ ਹੋਰ ਖਬਰ ਤੇ ਨਜ਼ਰ ਮਾਰਾਂਗੇ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਕਿਸਾਨ ਵਿਰੋਧੀ ਜਿਹੜੇ ਵੀ ਤੁਸੀਂ ਕੰਮ ਕੀਤੇ ਨੇ, ਪੰਜਾਬੀਆਂ ਨੂੰ ਜਿੱਥੇ ਵੀ ਤੰਗ ਪਰੇਸ਼ਾਨ ਕੀਤਾ ਹੈ, ਤਾਂ ਤੁਹਾਨੂੰ ਕਿਸਾਨਾਂ ਦੇ ਵਿੱਚ ਆ ਕੇ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਨੇ 3 ਸਵਾਲ ਕੀਤੇ ਆ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ। ਪਹਿਲਾਂ ਕੁਝ ਦਿਨ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਕੁਝ ਸਵਾਲ ਕੈਪਟਨ ਸਾਹਿਬ ਨੂੰ ਪੁੱਛੇ ਸੀ। ਉਹਨਾਂ ਨੇ ਇਹ ਪੁੱਛਿਆ ਵੀ ਪਹਿਲਾਂ ਤਾਂ ਇਹ ਦੱਸੋ ਵੀ ਜਦੋਂ ਤੁਸੀਂ ਇਹ ਆਰਡੀਨੈਂਸ ਲਿਆਂਦੇ ਗਏ ਮੰਤਰੀ ਮੰਡਲ ਦੇ ਵਿੱਚ, ਕੀ ਤੁਹਾਡੀ ਧਰਮ ਪਤਨੀ ਨੇ ਇਹਨਾਂ ਆਰਡੀਨੈਂਸਾਂ ਦੀ ਹਮਾਇਤ ਨਹੀਂ ਕੀਤੀ? 12 ਸਤੰਬਰ ਤੱਕ ਤੁਸੀਂ ਇਹਨਾਂ ਦੀਆਂ ਅੱਡੀਆਂ ਚੱਕ ਕੇ ਹਮਾਇਤ ਕਰਦੇ ਰਹੇ। ਕੇਂਦਰੀ ਮੰਤਰੀ ਦੀਆਂ ਚਿੱਠੀਆਂ ਲਿਆ ਕੇ ਦਿਖਾਉਂਦੇ ਰਹੇ। ਕੇਂਦਰੀ ਮੰਤਰੀ ਨਰਿੰਦਰ ਤੋਮਰ ਤੋਂ ਪ੍ਰੈਸ ਕਾਨਫਰੰਸ ਕਰਾਈ ਗਈ, ਉਹ ਸਾਰਾ ਕੁਝ ਕੀਤਾ। ਬਾਅਦ ਦੇ ਵਿੱਚ ਜਦੋਂ ਇਹਨਾਂ ਦਾ ਆਪਸ ਵਿੱਚ ਦੀ ਬਖਰੇਵਾਂ ਹੋ ਗਿਆ ਤਾਂ ਹਰਦੀਪ ਪੁਰੀ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਇਹਨਾਂ ਬੀਬੀ ਜੀ ਨੇ ਕਦੇ ਵੀ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਨਹੀਂ ਕੀਤਾ, ਸਮਾਂ ਦੀ ਹਮਾਇਤ 'ਚ ਖੜਦੇ ਰਹੇ ਨੇ। ਜੇ ਆਪਾਂ ਕਹੀਏ ਇਹ ਅਦਰਵਾਈਜ਼ ਵੀ ਲੌਜਿਕ ਬਣਦਾ ਹੈ। ਹੁਣ ਸੁਖਬੀਰ ਸਿੰਘ ਕਹਿ ਰਿਹਾ ਕਿ ਬੀਬੀ ਹਰਸਿਮਰਤ ਕੌਰ ਨੇ ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਸੀ ਉਦੋਂ ਹੀ ਮੰਤਰੀ ਮੰਡਲ। ਜੇ ਬੀਬਾ ਜੀ ਨੇ ਵਿਰੋਧ ਕੀਤਾ ਸੀ, ਤੁਹਾਨੂੰ ਆ ਕੇ ਘਰੇ ਦੱਸਿਆ ਨਹੀਂ, ਤਾਂ ਫਿਰ ਤੁਸੀਂ 4 ਮਹੀਨੇ ਸੋਲੇ ਕਾਹਦੇ ਗਏ ਕਿ ਇਹਨਾਂ ਵਰਗਾ ਇੱਥੋਂ ਤੱਕ ਕਿ ਉਹ 95 ਸਾਲਾਂ ਦੇ ਬਾਪੂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲਿਆ ਕੇ ਤੁਸੀਂ ਉਹਨਾਂ ਤੋਂ ਵੀ ਕਹਾਇਆ, ਉਹਨਾਂ ਦੀ ਲਾਜ ਨਹੀਂ ਰੱਖੀ ਐਡੀ ਵੱਡੀ ਉਮਰ ਦੀ। ਤਾਂ ਹੁਣ ਉਹੀ ਬਾਦਲ ਸਾਹਿਬ ਇਹਨੂੰ ਕਾਲੇ ਕਾਨੂੰਨ ਦੱਸ ਰਹੇ ਨੇ। ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਐਨਕ ਪਹਿਲਾਂ ਕਿਹੜੀ ਲੱਗੀ ਵੀ ਸੀ, ਹੁਣ ਕਿਹੜੀ ਲੱਗੀ ਹੈ। ਜੇ ਇਹਨਾਂ ਨੂੰ ਰਾਜਸੀ ਲੋਕਾਂ ਨੂੰ ਆਪਣੀਆਂ ਐਨਕਾਂ ਦੇ ਨੰਬਰ ਠੀਕ ਕਰਾ ਲੈਣੇ ਚਾਹੀਦੇ ਹੈ ਕਿ ਪਹਿਲਾਂ ਸੱਚ ਬੋਲਦੇ ਸੀ ਜਾਂ ਹੁਣ ਸੱਚ ਬੋਲਦੇ ਨੇ। ਇਹਦਾ ਮਤਲਬ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੈ, ਭਾਵੇਂ ਸੁਖਬੀਰ ਸਿੰਘ ਬਾਦਲ ਹੈ, ਜਾਂ ਬੀਬੀ ਹਰਸਿਮਰਤ ਕੌਰ ਹੈ, ਇਹ ਜਾਂ ਤਾਂ 5 ਜੂਨ ਤੋਂ 12 ਸਤੰਬਰ ਤੱਕ ਝੂਠ ਬੋਲਦੇ ਸੀ ਜਾਂ ਹੁਣ ਝੂਠ ਬੋਲ ਰਹੇ ਨੇ। ਦੋਹਾਂ ਤੋਂ ਲੈ ਕੇ ਹੁਣ ਤੱਕ ਇੱਕ ਵਾਰ ਇਹ ਝੂਠ ਜ਼ਰੂਰ ਬੋਲੇ ਨੇ। ਇਹਨਾਂ ਨੂੰ ਆਪਣੀ ਪੋਜੀਸ਼ਨ ਸਪਸ਼ਟ ਕਰਨੀ ਚਾਹੀਦੀ ਹੈ। ਸੋ ਇੱਕ ਉਹਨਾਂ ਨੇ ਹੋਰ ਪੁੱਛਿਆ ਕਿ ਜਦੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਸੀ, ਤੁਸੀਂ ਬਾਈਕਾਟ ਕਿਉਂ ਕੀਤਾ? ਇਸ ਤਰ੍ਹਾਂ ਉਹਨਾਂ ਤੋਂ ਸਵਾਲ ਪੁੱਛੇ ਗਏ ਨੇ। ਪਰ ਇਹ ਰਾਜਸੀ ਲੋਕ ਨੇ, ਇਹਨਾਂ ਨੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰਨਾ। ਇੱਕ ਨੇ ਕੁਝ ਸਵਾਲ ਪੁੱਛ ਲੈਣੇ ਆ, ਦੂਜੇ ਨੇ ਕੁਝ ਪੁੱਛ ਲੈਣੇ ਆ। ਜਿਵੇਂ ਕਿਹਾ ਉੱਥੇ ਦਾ ਉੱਥੇ ਹੈ ਨਾ, ਤਾਂ ਜਾਂ ਪਰਤਨਾਲਾ ਫਿਰ ਵੀ ਉੱਥੇ ਦਾ ਉੱਥੇ। ਇਸ ਕਰਕੇ ਇਹਨਾਂ ਤੋਂ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਇਸ ਵੇਲੇ ਚਾਰੇ ਪਾਸਿਓਂ ਆਰਥਿਕ ਪੱਖੋਂ ਪੰਜਾਬ ਦਾ ਜਨਾਜ਼ਾ ਨਿਕਲ ਚੁੱਕਿਆ ਹੈਗਾ। ਜਿਹੜੀਆਂ ਚੋਰ ਮੋਰੀਆਂ ਬੰਦ ਕਰਨੀਆਂ ਚਾਹੀਦੀਆਂ ਸੀ 10 ਸਾਲ ਦੇ ਵਿੱਚ ਅਕਾਲੀ ਰਾਜ 'ਚ ਖੁੱਲ੍ਹੀਆਂ ਰਹੀਆਂ, ਪੌਣੇ 4 ਸਾਲ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਵੀ ਉਹ ਜਿਉਂਦੀ ਤਿਉਂ ਨੇ। ਲੋਕਾਂ ਦੇ ਦੋਸ਼ ਨੇ ਕਿ ਭ੍ਰਿਸ਼ਟਾਚਾਰੀ ਵਧੀਆ ਹੈ, ਉਹ ਕਰਕੇ ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਕੋਈ ਸੁੱਖ ਦਾ ਸਾਹ ਲਿਆਉਣ ਵਾਲੀ ਕੋਈ ਗੱਲ ਨਹੀਂ ਕੀਤੀ ਗਈ। ਇਸ ਕਰਕੇ ਲੋਕ ਚਾਹੁੰਦੇ ਨੇ ਕਿ ਅਗਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਧਿਰ ਆਵੇ ਜਿਹਦੋਂ ਇਹ ਆਸ ਰੱਖੀ ਜਾਵੇ ਕਿ ਜਿਹੜਾ ਇਹਨਾਂ ਦੋਨਾਂ ਰਾਜਸੀ ਪਾਰਟੀਆਂ ਨੇ ਮਿਲ ਕੇ ਗੰਦ ਪਾਇਆ, ਉਸ ਤੋਂ ਛੁਟਕਾਰਾ ਮਿਲ ਸਕੇ। ਜੀ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਅੱਜ ਦਾ ਇਹ ਪ੍ਰੋਗਰਾਮ ਬਹੁਤ ਅਹਿਮ ਰਿਹਾ ਕਿਉਂਕਿ ਇਸ ਦੇ ਵਿੱਚ ਗੱਲ ਹੋਈ, ਵਿਚਾਰ ਚਰਚਾ ਹੋਈ, ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਗੱਲ ਹੋਈ, ਸਿਆਸੀ ਪਾਰਟੀਆਂ ਦੀ ਗੱਲ ਹੋਈ, ਹਰਿਆਣੇ ਦੇ ਵਿੱਚ ਵੀ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ, ਤੇ ਗੱਲ ਹੋਈ SGPC ਦੇ ਮਾਮਲੇ ਤੇ ਕਿਉਂਕਿ ਚੋਣਾਂ ਹੋਣ ਜਾ ਰਹੀਆਂ ਨੇ, ਜਾਂ ਫਿਰ ਉੱਥੋਂ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਜੋ ਕੁਝ ਵੀ ਹੋ ਰਿਹਾ, ਉਹ ਸਾਰੇ ਮਸਲਿਆਂ ਤੇ ਅਸੀਂ ਗੱਲਬਾਤ ਕੀਤੀ। ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਇਹ ਤੁਸੀਂ ਸਾਨੂੰ ਜ਼ਰੂਰ ਦੱਸਣਾ। ਤੁਹਾਡੇ ਸੁਝਾਅ ਸਾਡੇ ਲਈ ਬਹੁਤ ਜ਼ਿਆਦਾ ਅਹਿਮ ਹੁੰਦੇ ਨੇ। ਸੋ ਫੋਨ ਕਾਲ ਕਰਕੇ ਜਾਂ ਫਿਰ YouTube ਤੇ ਜਾਂ Facebook ਤੇ ਜਦੋਂ ਵੀ ਅਸੀਂ ਇਹ ਪ੍ਰੋਗਰਾਮ ਅਪਲੋਡ ਕਰਦੇ ਹਾਂ, ਉੱਥੇ ਵੀ ਮੈਸੇਜ ਕਰਕੇ ਇਸ ਪ੍ਰੋਗਰਾਮ ਦੇ ਸੰਬੰਧੀ ਤੁਸੀਂ ਆਪਣੇ ਸੁਝਾਅ ਸਾਨੂੰ ਦੇ ਸਕਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਵਾਰ ਸਤਵਾਰ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।